ਨੇਕੰ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹੋ। ਸਤਿਗੁਰਾਂ ਦੇ ਕੋਲ ਇੱਕ ਸਿੱਖ ਆਪਣੀ ਪਤਨੀ ਦੇ ਨਾਲ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਇੱਕ ਪੁੱਤਰ ਹੈ, ਉਹਦਾ ਅਸੀਂ ਵਿਆਹ ਕਰ ਚੁੱਕੇ ਹਾਂ, ਪਰ ਸਾਡਾ ਪੁੱਤਰ ਘਰ ਵਿੱਚ ਨਹੀਂ ਰਹਿਣਾ ਚਾਹੁੰਦਾ। ਸਾਧੂਆਂ ਵਾਲੀ ਫਕੀਰਾਂ ਵਾਲੀ ਬਿਰਤੀ ਉਸਨੇ ਧਾਰੀ ਹੋਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਲੜਕੇ ਨੂੰ ਆਪਣੇ ਕੋਲ ਬੁਲਾਇਆ। ਸਤਿਗੁਰਾਂ ਨੇ ਪੁੱਛਿਆ ਕੀ ਕਾਰਨ ਹੈ। ਆਖਦਾ, ਮਹਾਰਾਜ ਤੁਸੀਂ ਬਾਣੀ ਵਿੱਚ ਇੱਕ ਸ਼ਲੋਕ ਬਖਸ਼ਿਸ਼ ਕੀਤਾ ਹੈ। ਜਦੋਂ ਮੈਂ ਉਹ ਸ਼ਲੋਕ ਪੜ੍ਹਿਆ ਮੇਰੇ ਮਨ ਨੂੰ ਐਸਾ ਵਿਰਾਗ ਲੱਗਾ ਹੈ ਕਿ ਮੇਰਾ ਸੰਸਾਰ ਵੱਲੋਂ ਹੁਣ ਮੋਹ ਛੁੱਟ ਗਿਆ ਹੈ। ਮਹਾਰਾਜ ਕਹਿਣ ਲੱਗੇ, ਉਹ ਕਿਹੜਾ ਸ਼ਲੋਕ ਹੈ ਜਿਹੜਾ ਤੂੰ ਪੜ੍ਹਿਆ ਹੈ? ਤੇ ਫਿਰ ਉਸਨੇ ਦੱਸਿਆ। ਕੀ ਦੱਸਦਾ ਪਿਆ ਉਹ ਆਪਾਂ ਸਰਵਨ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਆਪ ਜੀ ਨੇ
ਆਨੰਦ ਸਾਹਿਬ ਦੀ ਬਾਣੀ ਵਿੱਚ ਬਚਨ ਕੀਤੇ ਤੀਸਰੇ ਸਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਆਪ ਜੀ ਨੇ ਇਹ ਗੱਲ ਲਿਖੀ ਹੈ, ਇਹ ਮਨਾ ਉਹ ਜੋ ਪਿਆਰਾ ਪਰਮਾਤਮਾ ਹੈ, ਪਰਮੇਸ਼ਰ ਹੈ, ਉਹ ਸੱਚ ਹੈ, ਸਦਾ ਵਾਸਤੇ ਰਹਿਣ ਵਾਲਾ ਹੈ। ਉਹਦੇ ਨਾਮ ਦਾ ਸੰਭਾਲ ਕਰ, ਉਹਦੇ ਨਾਮ ਨੂੰ ਜਪ। ਇਹ ਮਨ ਉਸ ਪਿਆਰੇ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਜਿਹੜਾ ਸਦਾ ਰਹਿਣ ਵਾਲਾ ਹੈ। ਇਹ ਆਪ ਜੀ ਨੇ ਬਚਨ ਆਖੇ ਹਨ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰੇ ਨਾਲੇ। ਇਹ ਜਿਹੜਾ ਪਰਿਵਾਰ ਤੂੰ ਦੇਖਦਾ ਪਿਆ, ਰਿਸ਼ਤੇਦਾਰੀਆਂ, ਸਾਕ ਸੰਬੰਧੀ ਦੇਖਦਾ ਪਿਆ, ਇਹ ਤੇਰੇ ਨਾਲ ਨਹੀਂ ਚੱਲਣਗੇ। ਜਦੋਂ ਸੰਸਾਰ ਛੱਡ ਕੇ ਜਾਣਾ, ਇਹਨਾਂ ਵਿੱਚੋਂ ਕਿਸੇ ਨੇ ਨਾਲ ਨਿਭਣਾ ਨਹੀਂ ਹੈ। ਸਾਥ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਜਿਨ੍ਹਾਂ ਨੇ ਤੇਰੇ ਸਾਥ ਨਹੀਂ ਨਿਭਣਾ, ਤੇਰੇ ਨਾਲ ਨਹੀਂ ਤੁਰਨਾ ਦੁਨੀਆ ਦੇ ਵਿੱਚੋਂ, ਤੇ ਫਿਰ ਐਸੇ ਝੂਠੇ ਸਾਕ ਸੰਬੰਧੀਆਂ ਦੇ ਨਾਲ ਕਿਉਂ ਚਿੱਤ ਲਾਉਣਾ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਪੈ ਜਾਵੇ ਤੇ ਜਿਹੜੇ ਸਾਕ ਸੰਬੰਧੀ ਸਾਡੇ ਵੱਲੋਂ ਪਾਸਾ ਮੋੜ ਲੈਣ, ਅਸੀਂ ਸਾਰੀ ਉਮਰ ਨਹੀਂ ਭੁੱਲਦੇ ਵੀ ਇਹ ਮੁਸੀਬਤ ਵਿੱਚ ਮੇਰਾ ਸਾਥ ਛੱਡ ਕੇ ਗਿਆ। ਉਹਦੇ ਨਾਲ ਸਾਡਾ ਮਿਲਣਾ ਵਰਤਣਾ ਬੰਦ ਹੋ ਜਾਂਦਾ। ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਦੇ ਦਰਵਾਜ਼ੇ ਨਹੀਂ ਜਾਂਦੇ। ਪਰ ਗੁਰਮੁਖਾ ਹਕੀਕਤ ਤੇ ਇਹ ਹੈ, ਜਦੋਂ ਦੁਨੀਆ ਤੋਂ ਜਾਣਾ ਤੇਰਾ ਸਾਰਿਆਂ ਨੇ ਸਾਥ ਛੱਡ ਦੇਣਾ ਹੈ। ਜਿਉਂਦਿਆਂ ਇੱਕ ਜਾਣੇ ਨੇ ਸਾਥ ਛੱਡਿਆ ਤੇ ਤੂੰ ਆਖਿਆ ਮੈਂ ਇਹਦੇ ਦਰਵਾਜ਼ੇ ਨਹੀਂ ਜਾਣਾ, ਮੈਂ ਇਹਦੇ ਮਰਨੇ ਪਰਨੇ ਤੇ ਨਹੀਂ ਜਾਣਾ ਹੈ, ਇਹ ਮੇਰੇ ਕੰਮ ਨਹੀਂ ਆਇਆ। ਪਰ ਹਕੀਕਤ ਤੇ ਇਹ ਹੈ, ਜਦੋਂ ਦੁਨੀਆ ਛੱਡ ਕੇ ਜਾਣੀ ਹੈ ਉਦੋਂ ਤੇ ਕੋਈ ਵੀ ਨਾਲ ਨਹੀਂ ਨਿਭੇਗਾ। ਫਿਰ ਤੂੰ ਇਹਨਾਂ ਦੇ ਨਾਲ ਕਿਉਂ ਮੋਹ ਕਰਦਾ ਪਿਆ। ਸਾਥ ਤੇਰਾ ਚੱਲੈ ਨਾਹੀਂ, ਤੇਰੇ ਨਾਲ ਕਿਸੇ ਨੇ ਨਹੀਂ ਚੱਲਣਾ ਤੇਰੇ ਸਾਥ, ਇਸ ਨਾਲ ਕਿਉਂ ਚਿੱਤ ਲਾਈਐ। ਫਿਰ ਤੂੰ ਕਿਉਂ ਚਿੱਤ ਲਾ ਕੇ ਬੈਠਾ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮਹਾਰਾਜ ਤੁਸੀਂ ਆਪ ਹੀ ਆਖਦੇ ਹੋ ਵੀ ਇਹੋ ਜਿਹਾ ਕੰਮ ਨਾ ਕਰੀਏ ਜਿਹਨੂੰ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ। ਚੌਪਈ ਅਰਥ ਬਸਿਓ ਔਰ ਭਇਓ ਬੈਰਾਗਾ। ਸਤਿਗੁਰੂ ਇਹ ਗੁਰਬਾਣੀ ਦੇ ਅਰਥ ਮੇਰੇ ਅੰਦਰ ਵਸ ਗਿਆ। ਜਿੱਦਣ ਮੈਂ ਇਹ ਗੁਰਬਾਣੀ ਪੜ੍ਹੀ ਨਾ, ਇਹ ਪੌੜੀ ਪੜ੍ਹੀ ਆਨੰਦ ਸਾਹਿਬ ਦੀ, ਤੇ ਇਹ ਪੌੜੀ ਮੇਰੇ ਅੰਦਰ ਹੀ ਵਸ ਗਈ ਵੀ ਮਹਾਰਾਜ ਨੇ ਬੜੇ ਬਾ ਕਮਾਲ ਬਚਨ ਲਿਖੇ ਨੇ, ਇਹਨਾਂ ਦੀ ਕਮਾਈ ਕਰਨੀ ਚਾਹੀਦੀ ਹੈ। ਮਹਾਰਾਜ ਇਹ ਪੰਕਤੀ ਮੇਰੇ ਅੰਦਰ ਵਸ ਗਈ ਹੈ। ਜਗ ਸਭ ਤੁਛ ਦੀਸ ਨੇ ਲਾਗਾ। ਜਦੋਂ ਮੈਂ ਇਹ ਪੰਕਤੀ ਦੀ ਕਮਾਈ ਕੀਤੀ, ਕਮਾਈ ਕਰਨ ਲੱਗ ਪਿਆ, ਤੇ ਮੈਨੂੰ ਵਾਕਿਆ ਹੀ ਦੁਨੀਆ ਝੂਠੀ ਲੱਗਣ ਲੱਗ ਪਈ, ਤੁੱਛ ਲੱਗਣ ਲੱਗ ਪਈ ਵੀ ਕੁਝ ਵੀ ਨਹੀਂ ਹੈ ਦੁਨੀਆ। ਪਹਿਲਾਂ ਮੈਂ ਸਮਝਦਾ ਸੀ ਵੀ ਇਹ ਦੁਨੀਆ ਹੀ ਸਭ ਕੁਝ ਹੈ, ਪਰ ਜਦੋਂ ਮੈਂ ਸ਼ਬਦ ਦੀ ਕਮਾਈ ਕੀਤੀ ਨਾ ਮਹਾਰਾਜ, ਤੇ ਮੈਨੂੰ ਸਾਰਾ ਸੰਸਾਰ ਤੁੱਛ ਲੱਗਣ ਲੱਗ ਪਿਆ, ਮਾਮੂਲੀ ਲੱਗਣ ਲੱਗ ਪਿਆ, ਇਹਦੇ ਵਿੱਚ ਕੁਝ ਨਹੀਂ ਹੈ। ਜਥਾ ਧੂਮ ਬਾਦਰ ਦ੍ਰਿਸ਼ਟ ਆਇਆ। ਜਿਵੇਂ ਧੂਏ ਦਾ ਬੱਦਲ ਹੋਵੇ, ਆਪਾਂ ਤੁਰੇ ਜਾਈਏ ਨਾ, ਗਰਮੀ ਹੋਵੇ ਤੇ ਥੋੜੇ ਸਮੇਂ ਵਾਸਤੇ ਕਿਤੇ ਛਾਂ ਆ ਜਾਵੇ, ਤੇ ਆਪਾਂ ਉੱਥੇ ਮੰਜਾ ਢਾਹ ਕੇ ਨਹੀਂ ਬੈਠ ਸਕਦੇ ਵੀ ਛਾਂ ਆ ਗਈ। ਆਪਾਂ ਨੂੰ ਪਤਾ ਵੀ ਇਹ ਬੱਦਲ ਆ ਗਿਆ, ਕੋਈ ਨਿੱਕੀ ਮੋਟੀ ਬਦਲੀ ਆ ਗਈ ਹੈ, ਇਹਦੀ ਛਾਂ ਕੋਈ 1-2 ਮਿੰਟ ਦੀ ਹੈ, ਬਦਲੀ ਪਾਸੇ ਹੋ ਜਾਣੀ ਹੈ, ਫਿਰ ਧੁੱਪ ਲੱਗੇਗੀ। ਮਹਾਰਾਜ ਇਹ ਸਾਕ ਸੰਬੰਧੀਆਂ ਦਾ ਸਾਥ ਜਿਹੜਾ ਨਾ, ਉਸ ਬਦਲੀ ਵਰਗਾ ਹੀ ਹੈ। ਇਹਨਾਂ ਦੀ ਛਾਂ, ਇਹਨਾਂ ਦੀ ਜਿਹੜੀ ਹੈ ਮਦਦ, ਉਹ ਸਦਾ ਨਾਲ ਨਹੀਂ ਨਿਭਣ ਵਾਲੀ, ਥੋੜ੍ਹੇ ਸਮੇਂ ਵਾਸਤੇ ਹੈ। ਜਿਵੇਂ ਬੱਦਲ ਦੀ ਛਾਂ ਬਹੁਤਾ ਸਮਾਂ ਨਹੀਂ ਰਹਿੰਦੀ ਹੈ, 1-2 ਮਿੰਟਾਂ ਬਾਅਦ ਧੁੱਪ ਲੱਗਣੀ ਹੀ ਲੱਗਣੀ ਹੈ। ਇਸੇ ਤਰ੍ਹਾਂ ਸਾਕ ਸੰਬੰਧੀਆਂ ਦਾ ਸਾਥ ਔਰ ਇਹਨਾਂ ਦਾ ਸੁਖ ਜਿਹੜਾ ਹੈ, ਇਹ ਬਹੁਤਾ ਲੰਮਾ ਸਮਾਂ ਰਹਿਣ ਵਾਲਾ ਨਹੀਂ ਹੈ। ਸੁਪਨਾ ਜਿਮ ਬਾਜ਼ੀਗਰ ਮਾਇਆ। ਮਹਾਰਾਜ ਇਸ ਸੰਸਾਰ ਦੇ ਵਿੱਚ ਜਿਹੜੇ ਸੁਖ ਨੇ, ਇਹ ਬਾਜੀਗਰ ਦੀ ਮਾਇਆ ਵਰਗੇ ਨੇ। ਬਾਜੀਗਰ ਆਉਂਦਾ ਨਾ ਪਿੰਡਾਂ ਸ਼ਹਿਰਾਂ ਦੇ ਵਿੱਚ, ਉਹ ਮੰਤਰ ਪੜ੍ਹਦਾ ਹੈ, ਬੜਾ ਕੁਝ ਵਿਖਾ ਦਿੰਦਾ, ਪੈਸੇ, ਲੀੜਾ, ਕੱਪੜਾ, ਬਹੁਤ ਕੁਝ ਵਿਖਾਉਂਦਾ, ਪਰ ਉਹ ਕੇਵਲ ਵਿਖਾਵਾ ਹੈ, ਹਕੀਕਤ ਨਹੀਂ ਹੈ। ਇੱਕ ਛੋਟਾ ਜਿਹਾ ਝੋਲਾ ਹੈ, ਉਹਦੇ ਵਿੱਚੋਂ ਸਭ ਕੁਝ ਕੱਢ ਕੱਢ ਕੇ ਰੱਖ ਦਿੰਦਾ, ਕਿੰਨੀ ਥਾਂ ਭਰ ਦਿੰਦਾ, ਤੇ ਬਾਅਦ ਵਿੱਚ ਉਹ ਸਭ ਕੁਝ ਚੁੱਕ ਕੇ ਫਿਰ ਉਸੇ ਛੋਟੇ ਜਿਹੇ ਝੋਲੇ ਵਿੱਚ ਉਹ ਸਮੇਟ ਲੈਂਦਾ ਹੈ। ਬਾਜੀਗਰ ਜੈਸੀ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਬਚਨ ਮਹਾਰਾਜ ਜੀਆਂ ਦੇ।
ਇਹ ਸੰਸਾਰ ਦਾ ਪਸਾਰਾ ਤੇ ਬਾਜੀਗਰ ਦੀ ਮਾਇਆ ਵਰਗਾ ਹੈ, ਜਿਹੜਾ ਸਦਾ ਨਹੀਂ ਰਹਿਣ ਵਾਲਾ ਔਰ ਬਹੁਤਾ ਨਹੀਂ ਰਹਿਣ ਵਾਲਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਇਹ ਸੰਸਾਰ ਦੇ ਜਿਹੜੇ ਸੁੱਖ ਨੇ ਇਹ ਸੁਪਨੇ ਦੇ ਵਾਂਗ ਨੇ। ਜਿਉਂ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਨ। ਤੁਸੀਂ 12 ਘੰਟੇ ਸੁੱਤੇ ਹੋ ਨਾ ਰਾਤ ਨੂੰ, ਤੇ ਤੁਹਾਡਾ ਸੁਪਨਾ 12 ਘੰਟਿਆਂ ਦਾ ਨਹੀਂ ਹੋਵੇਗਾ। ਸੁਪਨਾ ਕੇਵਲ 1-2 ਮਿੰਟ ਦਾ ਹੀ ਆਵੇਗਾ। ਸੁਪਨੇ ਦੀ ਲੰਬਾਈ ਬਹੁਤੀ ਨਹੀਂ ਹੁੰਦੀ ਹੈ। ਸੁਪਨਾ ਸਾਰੀ ਨੀਂਦ ਵਿੱਚੋਂ 1-2 ਮਿੰਟ ਦਾ ਹੀ ਹੈ, ਜਾਂ ਆਪਾਂ ਕਹਿ ਲਈਏ ਕੁਝ ਸਕਿੰਟ ਦਾ ਹੀ ਹੈ। ਮਹਾਰਾਜ ਕਹਿਣ ਲੱਗੇ, ਜੈਸੇ ਜੋ ਸੁਪਨਾ ਅਪੇਖਣਾ, ਜਿਵੇਂ ਸੁਪਨੇ ਨੂੰ ਵੇਖਦਾ ਹੈ 1-2 ਮਿੰਟ ਵਾਸਤੇ, ਤੈਸੇ ਜਗ ਕੋ ਜਾਨ। ਦੁਨੀਆ ਵੀ ਇਸ ਤਰ੍ਹਾਂ ਦੀ ਹੈ, ਇਹ ਸੰਸਾਰ ਵੀ ਇਸ ਤਰ੍ਹਾਂ ਦਾ ਹੈ। ਇਹਦਾ ਮੇਲ ਮਿਲਾਪ ਇਸੇ ਤਰ੍ਹਾਂ ਦਾ ਹੀ ਹੈ, ਸੁਪਨੇ ਵਰਗਾ ਹੀ। ਬਹੁਤਾ ਸਮਾਂ ਇਹ ਨਾਲ ਨਿਭਣ ਵਾਲਾ ਨਹੀਂ ਹੈ। ਜੇ ਸਰੀਰ ਅਬ ਦੇਖੀਅਤ ਸਾਰੇ। ਸਤਿਗੁਰੂ, ਜਿਹੜੇ ਸਰੀਰ ਹੁਣ ਦਿਸਦੇ ਪਏ, ਇਹ ਸਿੱਖ ਕਹਿ ਰਿਹਾ ਮਹਾਰਾਜ ਨੂੰ, ਮਹਾਰਾਜ ਤੁਹਾਡੇ ਹੁੰਦਿਆਂ ਇਹ ਜਿੰਨੇ ਸਰੀਰ ਦਿਸਦੇ ਪਏ ਨੇ, ਭਾਵੇਂ ਉਹ ਇਸਤਰੀਆਂ ਨੇ, ਭਾਵੇਂ ਮਰਦ ਨੇ, ਭਾਵੇਂ ਪਸ਼ੂ ਪੰਛੀ ਨੇ, ਜਿੰਨੇ ਵੀ ਇਹ ਸਰੀਰ ਦਿਸਦੇ ਹਨ, ਨਹੀਂ ਆਦ ਮੈਂ ਕਿਨਹੂ ਨੇ ਹਰੇ। ਪਰ ਮਹਾਰਾਜ ਇਹਨਾਂ ਦਾ ਮੁੱਢ ਕੋਈ ਨਹੀਂ ਹੈ। ਇਹਨਾਂ ਦਾ ਕੋਈ ਪਤਾ ਨਹੀਂ ਵੀ ਇਹ ਕਦੋਂ ਆਏ ਨੇ, ਇਹ ਕਦੋਂ ਚਲੇ ਜਾਣਗੇ, ਇਹ ਵੀ ਕੋਈ ਪਤਾ ਨਹੀਂ। ਜਿਹੜੇ ਇਨਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਸਨ, ਉਹ ਅੱਜ ਨਹੀਂ। ਜਿਹੜੇ ਅੱਜ ਨਹੀਂ, ਇਹ ਅੱਜ ਤੋਂ ਕੁਝ ਸਾਲਾਂ ਬਾਅਦ ਵੀ ਨਹੀਂ ਹੋਣਗੇ। ਮਹਾਰਾਜ ਨਹੀਂ ਆਦ ਮੈਂ ਕਿਨਹੁ ਨਿਹਾਰੇ, ਇਹ ਜਨਮ ਤੋਂ ਪਹਿਲਾਂ ਮੈਂ ਨਹੀਂ ਵੇਖੇ, ਕਿਉਂਕਿ ਉਦੋਂ ਇਹ ਦੁਨੀਆ ਵਿੱਚ ਹੈ ਨਹੀਂ। ਇਹ ਵੀ ਮੇਰੇ ਨਾਲ ਹੀ ਦੁਨੀਆ ਤੇ ਆਏ ਹਨ। ਅੰਤ ਸਮੇਂ ਬਿਨਸੈ ਇਹ ਸਭੈ। ਇੱਕ ਦਿਨ ਸਮਾਂ ਆਵੇਗਾ, ਮੈਂ ਵੀ ਮਰ ਜਾਣਾ, ਦੁਨੀਆ ਤੋਂ ਚਲੇ ਜਾਣਾ। ਇਹ ਜਿੰਨੇ ਮੈਨੂੰ ਦਿਸਦੇ ਪਏ ਸਾਰੇ ਸਰੀਰ, ਇਹ ਵੀ ਦੁਨੀਆ ਤੋਂ ਚਲੇ ਜਾਣੇ। ਇਹਨਾਂ ਸਾਰਿਆਂ ਦਾ ਹੀ ਅੰਤ ਆ ਜਾਣਾ ਹੈ। ਨਾ ਕਿਸੇ ਦੇ ਜਨਮ ਦਾ ਕੋਈ ਪਤਾ ਹੈ, ਨਾ ਕਿਸੇ ਦੀ ਮੌਤ ਦਾ ਕੋਈ ਪਤਾ ਹੈ। ਇਹ ਮੈਨੂੰ ਵੈਰਾਗ ਆ ਗਿਆ ਮਨ ਦੇ ਵਿੱਚ ਵੀ ਜਦੋਂ ਜੰਮ ਕੇ ਮੇਰੇ ਨਾਲ ਕੋਈ ਨਹੀਂ ਆਇਆ, ਮੈਂ ਇਕੱਲਾ ਜੰਮਿਆ, ਇਕੱਲਾ ਦੁਨੀਆ ਤੇ ਆਇਆ, ਮਰ ਕੇ ਵੀ ਦੁਨੀਆ ਤੋਂ ਇਕੱਲੇ ਜਾਣਾ ਹੈ, ਫਿਰ ਸਾਥ ਤੇ ਕਿਸੇ ਦਾ ਨਾ ਹੋਇਆ। ਮਹਾਰਾਜ ਕਹਿਣ ਲੱਗੇ, ਬਟਾਊ ਸਿਉ ਜੋ ਲਾਵੈ ਨੇ, ਤਾਂ ਕੋ ਹਾਥ ਨਾ ਆਵੈ ਕੇ। ਬਟਾਊ ਕਿਹਾ ਜਾਂਦਾ ਹੈ ਰਾਹਗੀਰ ਨੂੰ। ਆਪਾਂ ਸਫ਼ਰ ਕਰਦੇ ਨਾ ਬੱਸ ਵਿੱਚ ਬੈਠ ਕੇ, ਜਿਹੜਾ ਸਾਡੇ ਨਾਲ ਦੂਜੀ ਸੀਟ ਤੇ ਬੈਠਾ ਹੈ ਉਹ ਬਟਾਊ ਹੈ, ਸਾਡੇ ਨਾਲ ਸਫ਼ਰ ਕਰਦਾ ਪਿਆ। ਜਦੋਂ ਉਹਦਾ ਅੱਡਾ ਆਵੇਗਾ ਉਹਨੇ ਉਤਰ ਜਾਣਾ। ਅਸੀਂ ਟ੍ਰੇਨ ਤੇ ਸਫ਼ਰ ਕਰਦੇ ਪਏ, ਜਦੋਂ ਸਟੇਸ਼ਨ ਆਏਗਾ ਉਹਨੇ ਉਤਰ ਜਾਣਾ ਹੈ। ਪਰ ਜੇ ਕੋਈ ਬੰਦਾ ਉਹਦੇ ਨਾਲ ਮੋਹ ਹੀ ਲਾ ਕੇ ਬੈਠ ਜਾਵੇ ਵੀ ਇਹ ਮੇਰਾ ਹੀ ਹੈ, ਮੈਂ ਜਫਾ ਹੀ ਪਾ ਲਵਾਂ, ਗੱਲ ਬਣੇਗੀ ਨਹੀਂ। ਬਟਾਊ ਸਿਉ ਜੋ ਲਾਵੈ ਨੇ, ਨੇ ਤੋਂ ਭਾਵ ਹੁੰਦਾ ਮੋਹ। ਰਾਹਗੀਰ ਦੇ ਨਾਲ ਰਸਤੇ ਤੇ ਤੁਰੇ ਜਾਂਦੇ ਬੰਦੇ ਨਾਲ ਮੋਹ ਲਾ ਕੇ ਬੈਠੇਗਾ ਤਾਂ ਕੋ ਹਾਥ ਨਾ ਆਵੇ ਕਿ, ਤੇਰੇ ਹੱਥ ਕੁਝ ਵੀ ਨਹੀਂ ਆਵੇਗਾ, ਕਿਉਂਕਿ ਉਸਨੇ ਆਪਣੀ ਮੰਜ਼ਿਲ ਤੇ ਜਾਣਾ, ਤੂੰ ਆਪਣੀ ਮੰਜ਼ਿਲ ਤੇ ਜਾਣਾ ਹੈ। ਇਸੇ ਤਰ੍ਹਾਂ ਗੁਰਮੁਖੋ ਇਹ ਜਿਹੜਾ ਸੰਸਾਰ ਹੈ ਨਾ, ਇਹ ਵੀ ਰਾਹਗੀਰ ਹੈ, ਰਸਤਾ ਹੀ ਹੈ ਚੱਲਣ ਵਾਲਾ। ਇੱਕ ਮਹਾਤਮਾ ਤੁਰੇ ਜਾ ਰਹੇ ਤੇ ਇੱਕ ਮਾਤਾ ਖੂਹ ਦੇ ਵਿੱਚੋਂ ਪਾਣੀ ਕੱਢਦੀ ਪਈ ਹੈ। ਹੁਣ ਮਹਾਤਮਾ ਦਾ ਇਰਾਦਾ ਇਹ ਹੈ ਕਿ ਮੈਂ ਪਾਣੀ ਪੀਵਾਂ, ਪਰ ਪਾਣੀ ਪੀਵਾਂ ਤੇ ਕੀ ਕਵਾਂ ਕਿ ਮੈਂ ਪਾਣੀ ਪੀਣਾ ਹੈ। ਪਹਿਲਾਂ ਉਸਨੇ ਦੱਸਿਆ, ਕਹਿਣ ਲੱਗਾ, ਉਹ ਮਾਤਾ ਮੈਂ ਫਲਾਣਾ ਹਾਂ, ਆਪਣਾ ਨਾਮ ਲਿਆ। ਮਾਤਾ ਨੇ ਧਿਆਨ ਕੋਈ ਨਹੀਂ ਦਿੱਤਾ, ਉਹ ਬੀਬੀ ਲੱਗੀ ਰਹੀ ਆਪਣੇ ਕੰਮ ਖੂਹ ਚੋਂ ਪਾਣੀ ਕੱਢਣ। ਦੂਜੀ ਵਾਰੀ ਬੋਲਿਆ, ਕਹਿਣ ਲੱਗਾ, ਜੀ ਮੈਂ ਰਾਹਗੀਰ ਹਾਂ, ਸਫ਼ਰ ਕਰਨ ਵਾਲਾ। ਤੇ ਬੀਬੀ ਨੇ ਮੁੜ ਕੇ ਪਿੱਛੇ ਵੇਖਿਆ, ਕਹਿਣ ਲੱਗੀ, ਰਾਹਗੀਰ ਤੇ ਦੋ ਹੀ ਨੇ, ਰਸਤੇ ਤੇ ਚੱਲਣ ਵਾਲੇ ਦੋ ਨੇ। ਇੱਕ ਹੈ ਚੰਦਰਮਾ, ਉਹ ਚੱਲਦਾ ਰਹਿੰਦਾ ਹਰ ਵੇਲੇ। ਇੱਕ ਹੈ ਸੂਰਜ, ਉਹ ਵੀ ਚੱਲਦਾ ਰਹਿੰਦਾ ਹਰ ਵੇਲੇ। ਤੂੰ ਦੱਸ ਵੀ ਦੋਵਾਂ ਵਿੱਚੋਂ ਕੌਣ ਹੈ? ਚੁੱਪ ਕਰ ਗਿਆ, ਮੈਂ ਤੇ ਕੋਈ ਵੀ ਨਹੀਂ ਹਾਂ। ਤੂੰ ਆਖਿਆ ਮੈਂ ਰਾਹਗੀਰ ਹਾਂ, ਜੇ ਰਾਹਗੀਰ ਹੈ ਤਾਂ ਫਿਰ ਇਹ ਦੱਸ, ਇਹਨਾਂ ਦੋਵਾਂ ਵਿੱਚੋਂ ਤੂੰ ਕੌਣ ਹੈ? ਇਹਨਾਂ ਦੋਵਾਂ ਵਿੱਚੋਂ ਤੇ ਮੈਂ ਕੁਝ ਵੀ ਨਹੀਂ ਹਾਂ। ਦੂਜੀ ਵਾਰੀ ਬੋਲਿਆ, ਕਹਿਣ ਲੱਗਾ, ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ
ਇੱਕ ਮੁਸਾਫਰ ਹਾਂ। ਤੇ ਮਾਤਾ ਨੇ ਫਿਰ ਆਖਿਆ, ਕਹਿਣ ਲੱਗੀ ਮੁਸਾਫਰ ਵੀ ਦੁਨੀਆ ਵਿੱਚ ਦੋ ਹੀ ਨੇ, ਪਰ ਤੂੰ ਹੁਣ ਨਿਰਣਾ ਇਹ ਕਰਕੇ ਦੱਸ ਵੀ ਉਹਨਾਂ ਦੋਹਾਂ ਵਿੱਚੋਂ ਤੂੰ ਕੌਣ ਹੈ। ਬੜਾ ਲੰਮਾ ਪ੍ਰਸੰਗ ਚੱਲਿਆ, ਜਿੱਥੇ ਉਹ ਬੋਲੇ ਕਰੇ ਮਾਤਾ ਉੱਥੇ ਦੋਹਾਂ ਦਾ ਹੀ ਨਾਂ ਲਿਆ ਕਰੇ। ਅੰਤ ਨੂੰ ਇਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਮਾਤਾ ਆਮ ਨਹੀਂ ਹੈ ਤੇ ਕੋਈ ਬਹੁਤ ਵੱਡੀ ਗਿਆਨਵਾਨ ਸੋਝੀਵਾਨ ਹੈ। ਮੈਂ ਸਮਝਿਆ ਵੀ ਮੈਂ ਬੜਾ ਗਿਆਨਵਾਨ ਹਾਂ, ਪਰ ਇਹ ਤੇ ਮੇਰੇ ਤੋਂ ਵੀ ਅੱਗੇ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਕਿ ਭਾਈ ਇਹ ਜਿਹੜਾ ਅੰਤ ਸਮਾਂ ਹੈ ਨਾ, ਇੱਥੇ ਸਾਰੀ ਦੁਨੀਆ ਨੇ ਇੱਥੋਂ ਚਲੇ ਜਾਣਾ ਹੈ, ਕੋਈ ਰਹਿਣ ਵਾਲਾ ਨਹੀਂ ਹੈ। ਬਾਹਰੋਂ ਨਹਿ ਲਖੀਅਤ ਕਿਸ ਕਦੈ, ਅਤੇ ਫਿਰ ਇਹ ਦੁਬਾਰਾ ਵੇਖੇ ਨਹੀਂ ਜਾਣਗੇ, ਫਿਰ ਕਿਸੇ ਤਰ੍ਹਾਂ ਦਿਸਦੇ ਨਹੀਂ। ਜਿਹੜਾ ਸਾਡਾ ਅੱਜ ਰਿਸ਼ਤੇਦਾਰ ਹੈ ਨਾ, ਰੱਬ ਨਾ ਕਰੇ ਕੱਲ੍ਹ ਨੂੰ ਸਰੀਰ ਛੱਡ ਜਾਵੇ ਤੇ ਦੁਬਾਰਾ ਸਾਨੂੰ ਮਿਲੇਗਾ ਨਹੀਂ ਆ ਕੇ, ਵੀ ਕਿਸੇ ਹੋਰ ਜੂਨ ਵਿੱਚ ਪਵੇਗਾ ਤੇ ਸਾਨੂੰ ਮਿਲੇਗਾ। ਜਾਂ ਮੰਨ ਲਓ ਆਪਾਂ ਹੀ ਸਰੀਰ ਛੱਡ ਜਾਈਏ, ਜਾਣਾ ਤੇ ਸਾਰਿਆਂ ਨਹੀਂ ਹੈ। ਇੱਕ ਵਾਰੀ ਸਰੀਰ ਛੁੱਟ ਗਿਆ, ਰਿਸ਼ਤਾ ਖਤਮ, ਦੁਬਾਰਾ ਉਹਨਾਂ ਦੇ ਨਾਲ ਮਿਲਾਪ ਨਹੀਂ ਹੈ। ਨਦੀ ਨਾਵ ਸੰਯੋਗ ਸੋਂ ਬਾਹਰ ਨਾ ਮਿਲ ਹੈ ਆਏ। ਪਾਣੀ ਲੰਘ ਗਿਆ ਨਾ ਨਦੀ ਦੇ ਕਿਨਾਰੇ ਦੇ ਨਾਲ ਖਹਿ ਕੇ, ਦੁਬਾਰਾ ਉਸ ਕਿਨਾਰੇ ਦੇ ਨਾਲ ਉਹ ਪਾਣੀ ਖਹਿਗਾ ਨਹੀਂ। ਜਿਹੜਾ ਲੰਘ ਗਿਆ ਸੋ ਲੰਘ ਗਿਆ, ਚਲੇ ਗਿਆ ਸੋ ਚਲੇ ਗਿਆ। ਬਚਨ ਇਹ ਹੈ, ਜਿਹੜੇ ਇੱਕ ਵਾਰੀ ਦੁਨੀਆ ਤੇ ਆਪਣਾ ਰਿਸ਼ਤਾ ਕਿਸੇ ਨਾਲ ਬਣ ਗਿਆ, ਉਹ ਇੱਕ ਵਾਰੀ ਬਣਨਾ ਹੈ। ਮਰ ਕੇ ਅੱਗੇ ਨਵੇਂ ਰਿਸ਼ਤੇ ਬਣਨਗੇ, ਨਵੀਆਂ ਰੂਹਾਂ ਮਿਲਣਗੀਆਂ, ਨਵੇਂ ਸਰੀਰ ਮਿਲਣਗੇ, ਨਵੇਂ ਖਾਨਦਾਨ ਮਿਲਣਗੇ, ਨਵੇਂ ਜਿਹੜੇ ਹਨ ਉਹ ਰਿਸ਼ਤੇਦਾਰ ਮਿਲਣਗੇ। ਪੁਰਾਣਿਆਂ ਦਾ ਕੋਈ ਹਿਸਾਬ ਕਿਤਾਬ ਰਹੇਗਾ ਹੀ ਨਹੀਂ ਨਾਲ। ਇਹ ਤੇ ਉਹਨਾਂ ਸਮਾਂ ਹੀ ਹੈ ਜਿੰਨਾ ਸਮਾਂ ਸਾਡੇ ਕੋਲ ਸਰੀਰ ਹੈ। ਸਰੀਰ ਛੁੱਟ ਜਾਣ ਤੋਂ ਮਗਰੋਂ ਰਿਸ਼ਤੇਦਾਰੀ ਖਤਮ, ਬਾਅਦ ਵਿੱਚ ਕੋਈ ਕਿਸੇ ਨੂੰ ਮਿਲਦਾ ਨਹੀਂ ਹੈ। ਉਹ ਇੱਕ ਦਿਨ ਕੋ ਧੁੰਦ ਪਸਾਰਾ। ਸਤਿਗੁਰੂ ਮਹਾਰਾਜ ਦੇ ਨਾਲ ਬਚਨ ਕਰਦਾ ਪਿਆ, ਕਹਿਣ ਲੱਗੇ ਵੀ ਇਹ ਵਰਤਮਾਨ ਸਮੇਂ ਦੇ ਵਿੱਚ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਕੁਝ ਦਿਨਾਂ ਦਾ ਧੁੰਦ ਪਸਾਰਾ ਹੈ, ਕੁਝ ਦਿਨਾਂ ਦਾ ਪਸਾਰਾ ਹੈ, ਵੇਖਣ ਵਿੱਚ ਆਉਂਦਾ ਹੈ। ਜਿਵੇਂ ਬਹੁਤ ਵੱਡਾ ਕੁਹੀੜਾ ਹੁੰਦਾ ਨਾ, ਬਹੁਤ ਵੱਡਾ, ਜਿੱਥੇ ਤੂੜੀ ਵਗੈਰਾ ਸੰਭੀ ਜਾਂਦੀ ਹੈ, ਉਹਦਾ ਫਲਾਅ ਬੜਾ ਵੱਡਾ ਹੁੰਦਾ, ਪਰ ਇੱਕ ਸਮਾਂ ਆਉਂਦਾ ਤੂੜੀ ਮੁੱਕ ਗਈ, ਉਹ ਜਿਹੜਾ ਕੁੱਪ ਬਣਿਆ ਹੈ ਉਹ ਵੀ ਖਤਮ ਹੋ ਜਾਣਾ ਹੈ। ਦੁਨੀਆ ਦਾ ਪਸਾਰਾ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ, ਵੇਖਣ ਨੂੰ ਬੜਾ ਵੱਡਾ ਲੱਗਦਾ ਹੈ, ਪਰ ਇਹ ਕੁਝ ਕੁ ਦਿਨਾਂ ਦਾ ਹੀ ਹੈ। ਇੱਕ ਦਾ ਸਮੇਂ ਨੂੰ ਇਹ ਨਾਸ ਹੋਣਾ ਹੈ। ਆਦ ਨ ਅੰਤ ਸੋ ਕੁਤੋ ਮਝਾਰਾ। ਇਸ ਕਰਕੇ ਭਾਈ ਬਚਨ ਇਹ ਹੈ ਵੀ ਇਹਦਾ ਕੋਈ ਆਦ ਅੰਤ ਨਹੀਂ ਹੈ। ਵਰਤਮਾਨ ਸਮੇਂ ਵਿੱਚ ਕਿੱਥੇ ਹੈ, ਅੰਤ ਸਮੇਂ ਵਿੱਚ ਕਿੱਥੇ ਹੈ, ਇਸ ਦਾ ਕੋਈ ਅੰਤ ਨਹੀਂ ਹੈ। ਨਿਸਾ ਬਾਸ ਪਹੁਨ ਸਮਿਆਏ। ਅਸੀਂ ਦੁਨੀਆ ਦੇ ਵਿੱਚ ਇੱਕ ਪ੍ਰਾਹੁਣੇ ਦੇ ਵਾਂਗ ਆਏ ਆ। ਪ੍ਰਾਹੁਣਾ ਆਇਆ ਨਾ ਰਿਸ਼ਤੇਦਾਰ, ਤੇ ਰਿਸ਼ਤੇਦਾਰ ਆਇਆ, ਅੱਜ ਆ ਗਿਆ, ਰਾਤ ਰਹੇਗਾ, ਸਵੇਰੇ ਚਲਾ ਜਾਏਗਾ। ਉਹ ਹੈ ਮਹਿਮਾਨ, ਇੱਕ ਰਾਤ ਵਾਸਤੇ ਆਉਣ ਵਾਲਾ। ਅਸੀਂ ਵੀ ਇਸ ਦੁਨੀਆ ਵਿੱਚ, ਸੰਸਾਰ ਵਿੱਚ ਜ਼ਿੰਦਗੀ ਦੀ ਇੱਕ ਰਾਤ ਕੱਟਣ ਵਾਸਤੇ ਆਏ। ਮਹਾਰਾਜ ਨੇ ਬੜੇ ਸੋਹਣੇ ਬਚਨ ਲਿਖੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ, ਬਿਰਖੇ ਹੇਤ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੂਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਨੀਆਂ, ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਇੱਕ ਰੁੱਖ ਬੜਾ ਵੱਡਾ ਹੈ, ਰੁੱਖ ਦੇ ਉੱਪਰ ਆ ਕੇ ਪੰਛੀ ਬੈਠ ਗਏ। ਰਾਤ ਨੂੰ ਚੀਂ ਚੀਂ ਕਾਂ ਕਾਂ ਕਰਦੇ ਆਪੋ ਆਪਣੀ ਬੋਲੀ ਬੋਲਦੇ। ਕਈਆਂ ਦੀ ਬੋਲੀ ਬੜੀ ਮਿੱਠੀ ਲੱਗੇਗੀ, ਕਈਆਂ ਦੀ ਬੜੀ ਜਿਹੜੀ ਹੈ ਨਾ ਮਿੱਠੀ ਲੱਗੇਗੀ। ਰਾਤ ਕੱਟੀ ਹੈ, ਦਿਨ ਚੜ੍ਹਿਆ, ਸੂਰਜ ਦੀ ਮਾੜੀ ਜੀ ਲਾਲੀ ਦਿਸੀ ਹੈ। ਉਹ ਪੰਛੀ ਸਾਰੇ ਉਡਾਰੀਆਂ ਮਾਰ ਗਿਆ ਰੁੱਖ ਤੋਂ, ਦੁਬਾਰਾ ਉਸ ਰੁੱਖ ਤੇ ਨਹੀਂ ਬੈਠਣਾ ਹੈ। ਜਿਹੜੇ ਅੱਜ ਰਾਤ ਰੁੱਖ ਤੇ ਇਕੱਠੇ ਹੋਏ, ਕੱਲ੍ਹ ਨੂੰ ਇਕੱਠੇ ਨਹੀਂ ਹੋਣਗੇ। ਸਤਿਗੁਰੂ ਕਹਿਣ ਲੱਗੇ, ਇਹ ਸੰਸਾਰ ਵੀ ਇੱਕ ਰੁੱਖ ਹੀ ਹੈ ਭਾਈ। ਇਸ ਸੰਸਾਰ ਤੇ ਆਪਾਂ ਸਾਰੇ ਪੰਛੀਆਂ ਵਾਂਗ ਆ ਕੇ ਬੈਠੇ ਹਾਂ। ਇਹ ਜ਼ਿੰਦਗੀ ਦੀ ਇੱਕ ਰਾਤ ਕੱਟਣ ਵਾਸਤੇ ਆਏ। ਅਸਤ ਅਦੂਤ ਭਇਆ ਉੱਠ ਚੱਲੇ। ਜਦੋਂ ਕਾਲ ਦਾ ਸੂਰਜ ਚੜ੍ਹੇਗਾ ਨਾ, ਤੇ ਪਾਤਸ਼ਾਹ ਕਹਿਣ ਲੱਗੇ, ਜਿਵੇਂ ਜਿਵੇਂ ਉਮਰਾਂ ਹੋ ਗਈ ਉਵੇਂ ਉਵੇਂ ਦੁਨੀਆ ਛੱਡ ਕੇ ਤੁਰਨਾ ਪਵੇਗਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਵੀ ਇਸ ਦੁਨੀਆ ਵਿੱਚ ਆਪਾਂ ਪ੍ਰਾਹੁਣਿਆਂ ਦੇ ਵਾਂਗ ਆਏ ਹਾਂ, ਤੇ ਪ੍ਰਾਹੁਣੇ ਦਾ ਕੰਮ ਇਹ ਨਹੀਂ ਹੁੰਦਾ ਵੀ ਜਿੱਥੇ ਆਇਆ ਉੱਥੇ ਕਬਜ਼ਾ ਕਰ ਲਵੇ। ਪ੍ਰਾਹੁਣੇ ਦਾ ਕੰਮ ਹੁੰਦਾ ਵੀ ਆਇਆ, ਕੁਝ ਸਮਾਂ ਆਪਣੀ ਸੇਵਾ ਕਰਾਈ ਹੈ,
ਰਾਤ ਲੰਘ ਗਈ ਹੈ ਤੇ ਆਪਣੇ ਮੰਜ਼ਲ ਤੇ ਤੁਰ ਪਿਆ ਹੈ। ਇਹ ਦੁਨੀਆ ਇੱਕ ਪ੍ਰਾਹੁਣਾਗਿਰੀ ਹੈ, ਜਿਵੇਂ ਆਏ ਉਵੇਂ ਜਾਣਾ ਹੈ। ਮੇਲ ਨਦੀ ਨੌਕਾ ਸਮੁਦਾਇ। ਕਹਿਣ ਲੱਗੇ ਵੀ ਇਹ ਦੁਨੀਆ ਦੇ ਵਿੱਚ ਜਿਵੇਂ ਨਦੀ ਦਾ ਤੇ ਬੇੜੀ ਦਾ ਮੇਲ ਹੁੰਦਾ ਹੈ। ਬੇੜੀ ਪਾਣੀ ਵਿੱਚ ਚੱਲਦੀ ਹੈ, ਬੇੜੀ ਪਾਣੀ ਵਿੱਚ ਚੱਲਦੀ ਪਈ ਹੈ। ਜਿਹੜਾ ਪਾਣੀ ਅੱਜ ਬੇੜੀ ਨੂੰ ਖਹਿ ਕੇ ਲੰਘ ਗਿਆ, ਉਹ ਪਾਣੀ ਦੁਬਾਰਾ ਉਸ ਬੇੜੀ ਨੂੰ ਆ ਕੇ ਟੱਚ ਨਹੀਂ ਕਰੇਗਾ, ਉਹ ਤੇ ਨਿਕਲ ਗਿਆ ਅੱਗੇ, ਬੇੜੀ ਉੱਥੇ ਦੀ ਉੱਥੇ ਹੈ। ਜਿਵੇਂ ਇੱਕ ਵਾਰੀ ਬੇੜੀ ਨੂੰ ਲੱਗਿਆ ਪਾਣੀ ਦੁਬਾਰਾ ਕਦੇ ਨਹੀਂ ਲੱਗਦਾ ਹੈ, ਇਸੇ ਤਰ੍ਹਾਂ ਇੱਕ ਵਾਰੀ ਦੁਨੀਆ ਵਿੱਚ ਆਇਆ, ਇੱਕ ਵਾਰੀ ਰਿਸ਼ਤੇਦਾਰੀ ਬਣੀ ਹੈ, ਦੁਬਾਰਾ ਨਹੀਂ ਬਣੇਗੀ। ਇੱਕ ਵਾਰੀ ਜਿਹੜੇ ਛੁੱਟ ਗਏ ਸੋ ਛੁੱਟ ਗਏ, ਜਿਹੜੇ ਚਲੇ ਗਏ ਸੋ ਚਲੇ ਗਏ। ਮਾਂ ਬਾਪ ਨੇ ਆਖਿਆ ਮਹਾਰਾਜ ਸਾਡਾ ਲੜਕਾ ਸ਼ੁਦਾਈ ਹੋ ਗਿਆ, ਪਰ ਲੜਕਾ ਤੇ ਇੰਨੀਆਂ ਗਿਆਨ ਦੀਆਂ ਗੱਲਾਂ ਕਰਦਾ ਪਿਆ ਵੀ ਵੱਡੇ ਵੱਡੇ ਗਿਆਨੀਆਂ ਨੂੰ ਬਾਤ ਪਾ ਦੇਵੇ। ਮਹਾਰਾਜ ਮੈਂ ਸ਼ੁਦਾਈ ਨਹੀਂ ਹਾਂ, ਤੁਹਾਡੀ ਗੁਰਬਾਣੀ ਕਰਕੇ ਮੈਨੂੰ ਵੈਰਾਗ ਹੋ ਗਿਆ ਹੈ। ਮੈਨੂੰ ਇਹ ਸਮਝ ਪੈ ਗਈ ਹੈ ਵੀ ਜਿਵੇਂ ਬੇੜੀ ਨਾਲ ਇੱਕ ਵਾਰੀ ਪਾਣੀ ਲੱਗਿਆ ਦੁਬਾਰਾ ਨਹੀਂ ਲੱਗੇਗਾ, ਕਿ ਉਹ ਨਿਕਲ ਗਿਆ ਅੱਗੇ। ਇਹ ਦੁਨੀਆ ਦੇ ਵਿੱਚ ਇੱਕ ਦਿਨ ਦੀ ਹੀ ਪ੍ਰਾਹੁਣਚਾਰੀ ਹੈ, ਜਿੱਥੇ ਇੱਕ ਵਾਰੀ ਮਿਲ ਗਏ ਦੁਬਾਰਾ ਨਹੀਂ ਮਿਲਿਆ ਜਾਣਾ ਹੈ। ਮੈਨੂੰ ਇਹ ਸੋਝੀ ਪਈ ਹੈ। ਜਿਮ ਜਲ ਬਹਿ ਮਿਲੇ ਤ੍ਰਿਣ ਬ੍ਰਿੰਦਾ। ਕਹਿਣ ਲੱਗੇ ਜਿਵੇਂ ਪਾਣੀ ਵਹਿੰਦਾ ਹੈ ਨਾ, ਤੇ ਪਾਣੀ ਦੇ ਵਿੱਚ ਬੜੇ ਸਾਰੇ ਘਾਹ ਬੂਟੇ ਰੁੜੇ ਜਾਂਦੇ ਨੇ। ਜੇ ਇੱਥੇ ਜੁੜੇ ਨੇ ਤੇ ਉਹ ਉੱਥੇ ਜਾ ਕੇ ਉਹ ਘਾਹ ਬੂਟੇ ਵੱਖੋ ਵੱਖਰੇ ਹੋ ਗਏ, ਅੱਧਾ ਘਾਹ ਉੱਧਰ ਚਲੇ ਗਿਆ, ਅੱਧਾ ਇੱਧਰ ਚਲੇ ਗਿਆ। ਉਹ ਦੁਬਾਰਾ ਘਾਹ ਬੂਟੇ ਫਿਰ ਇਕੱਠੇ ਨਹੀਂ ਹੁੰਦੇ ਹਨ। ਇਸ ਤਰ੍ਹਾਂ ਹੀ ਦੁਨੀਆ ਦਾ ਕੁਝ ਮਿਲਾਪ ਹੈ। ਵਿਛੜੇ ਮੇਲ ਨਾ ਬਹੁਰ ਬਣਦਾ। ਇੱਕ ਵਾਰੀ ਵਿਛੜ ਗਿਆ ਨਾ ਗੁਰਮੁਖੋ, ਦੁਬਾਰਾ ਮੇਲ ਨਹੀਂ ਬਣਨਾ। ਇਹ ਭਰਮ ਮਨ ਵਿੱਚੋਂ ਨਿਕਲ ਜਾਵੇ। ਜਿਹੜੀਆਂ ਮੇਰੀਆਂ ਰਿਸ਼ਤੇਦਾਰੀਆਂ ਅੱਜ ਨੇ, ਜਦੋਂ ਅਗਲਾ ਜਨਮ ਬਣਾਵਾਂਗਾ ਫਿਰ ਇਹੋ ਰਿਸ਼ਤੇਦਾਰੀਆਂ ਬਣ ਜਾਣਗੀਆਂ। ਨਹੀਂ, ਇਹ ਨਹੀਂ ਬਣਦਾ ਹੈ। ਜਿਹੜੇ ਇੱਕ ਵਾਰੀ ਛੁੱਟ ਜਾਂਦੇ ਉਹ ਦੁਬਾਰਾ ਕਦੇ ਜੁੜਦੇ ਮਿਲਦੇ ਨਹੀਂ ਹਨ। ਨਿਕਸ ਹੈ ਦੁਗਧ ਨਾ ਅਸਨ ਆਵੇ। ਇੱਕ ਹੋਰ ਉਦਾਹਰਨ ਦਿੱਤੀ ਹੈ। ਜਿਹੜਾ ਦੁੱਧ ਇੱਕ ਵਾਰੀ ਥਣ ਦੇ ਵਿੱਚੋਂ ਨਿਕਲ ਗਿਆ, ਤੁਸੀਂ ਮੱਝ ਚੋਲੀ ਹੈ ਨਾ, ਮੱਝ ਦੇ ਥਣਾਂ ਵਿੱਚੋਂ ਦੁੱਧ ਕੱਢ ਲਿਆ, ਤੇ ਤੁਸੀਂ ਦੁਬਾਰਾ ਆਖੋ ਵੀ ਇਹ ਦੁੱਧ ਫਿਰ ਥਣਾਂ ਵਿੱਚ ਪਾਉਣਾ, ਉਹ ਕਦੇ ਨਹੀਂ ਪੈਣਾ ਹੈ। ਥਣ ਵਿੱਚੋਂ ਇੱਕਰੀ ਦੁੱਧ ਨਿਕਲਿਆ, ਦੁਬਾਰਾ ਉਹਦੇ ਵਿੱਚ ਵਾਪਸ ਨਹੀਂ ਜਾਵੇਗਾ। ਇਸੇ ਤਰ੍ਹਾਂ ਦੁਨੀਆ ਵਿੱਚ ਇੱਕ ਵਾਰੀ ਤੂੰ ਆ ਗਿਆ, ਪਰ ਇਸ ਦੁਨੀਆ ਵਿੱਚ ਆ ਕੇ ਤੂੰ ਨਾਮ ਨਹੀਂ ਜਪਿਆ। ਇੱਕ ਵਾਰੀ ਇਹ ਸਮਾਂ ਨਿਕਲ ਗਿਆ ਨਾ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏ ਦਾ। ਇੱਕ ਵਾਰੀ ਇਹ ਪੌੜੀ ਛੁੱਟ ਗਈ ਤੇ ਦੁਬਾਰਾ ਮੌਕਾ ਨਹੀਂ ਮਿਲਣਾ। ਮਹਾਰਾਜ ਬਚਨ ਕਰਦੇ ਕਹਿਣ ਲੱਗੇ ਕਿ ਭਾਈ ਪਿਆਰਿਆ, ਤਰਵਰ ਵਿਸ਼ੁੰਨੇ ਨਹਿ ਪਾਤ ਜੁੜਤੇ। ਰੁੱਖ ਦੇ ਨਾਲੋਂ ਪੱਤਾ ਟੁੱਟ ਗਿਆ, ਹਵਾ ਦਾ ਬੁੱਲਾ ਆਇਆ, ਪੱਤਾ ਥੱਲੇ ਡਿੱਗ ਪਿਆ। ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ, ਬੰਦੇ ਨੇ ਬੜੀ ਤਰੱਕੀ ਕੀਤੀ ਹੈ। ਟੁੱਟਿਆ ਹੋਇਆ ਪੱਤਾ ਦੁਬਾਰਾ ਫਿਰ ਉਸ ਡਾਲੀ ਨਾਲ ਜੁੜ ਨਹੀਂ ਸਕਦਾ ਹੈ। ਜਿਹੜਾ ਇੱਕ ਵਾਰੀ ਟੁੱਟ ਗਿਆ ਉਹ ਹੁਣ ਕੂੜੇ ਵਿੱਚ ਚਲਾ ਗਿਆ, ਦੁਬਾਰਾ ਉਸ ਰੁੱਖ ਦੀ ਸ਼ੋਭਾ ਨਹੀਂ ਬਣੇਗਾ। ਇਸੇ ਤਰ੍ਹਾਂ ਗੁਰਮੁਖਾ, ਇੱਕ ਵਾਰੀ ਤੇਰਾ ਇਹ ਜਨਮ ਤੇਰੇ ਕੋਲੋਂ ਛੁੱਟ ਗਿਆ ਨਾ, ਟੁੱਟ ਗਿਆ ਨਾ, ਰੱਬ ਦੇ ਨਾਲੋਂ ਦੂਰ ਹੋ ਗਿਆ। ਇੱਕ ਵਾਰੀ ਇਹ ਜਨਮ ਹੱਥੋਂ ਨਿਕਲ ਗਿਆ, ਦੁਬਾਰਾ ਤੇ ਫਿਰ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ਵਾਲੀ ਗੱਲ ਹੈ। ਕਿਤੇ ਰੱਬ ਕਿਰਪਾ ਕਰ ਦੇਵੇ ਤੇ ਭਾਵੇਂ ਕਿਤੇ ਦੁਬਾਰਾ ਦੁਨੀਆ ਵਿੱਚ ਮਨੁੱਖਾ ਜਨਮ ਵਿੱਚ ਆਈਏ, ਨਹੀਂ ਤੇ ਇੱਕ ਵਾਰੀ ਜਿਹੜੀ ਹੱਥੋਂ ਚੀਜ਼ ਨਿਕਲ ਜਾ ਦੁਬਾਰਾ ਮੁੜਦੀ ਨਹੀਂ ਹੈ। ਬੱਚੇ ਨੂੰ ਦੁਨੀਆ ਆਖਦੀ ਕਮਲਾ ਹੈ। ਉਹ ਕਹਿਣ ਲੱਗਾ ਮਹਾਰਾਜ ਮੈਂ ਕਮਲਾ ਨਹੀਂ, ਮੈਨੂੰ ਇਹ ਸਮਝ ਆ ਗਈ ਹੈ। ਮੱਝ ਦੇ ਦੁੱਧ ਵਿੱਚੋਂ ਥਣਾ ਵਿੱਚੋਂ ਚੋਇਆ ਹੋਇਆ ਦੁੱਧ ਵਾਪਸ ਦੁਬਾਰਾ ਥਣਾ ਵਿੱਚ ਨਹੀਂ ਜਾਂਦਾ ਹੈ। ਤੀਰ ਇੱਕ ਵਾਰੀ ਕਮਾਨ ਵਿੱਚੋਂ ਨਿਕਲ ਗਿਆ, ਦੁਬਾਰਾ ਕਮਾਨ ਵਿੱਚ ਨਹੀਂ ਪਵੇਗਾ, ਨਿਸ਼ਾਨੇ ਤੇ ਲੱਗੇਗਾ। ਇਹ ਮੈਨੂੰ ਸਮਝ ਆ ਗਈ ਹੈ ਕਿ ਜਿਹੜਾ ਇੱਕ ਵਾਰੀ ਮੇਰੇ ਕੋਲ ਸਮਾਂ ਨਿਕਲ ਗਿਆ ਨਾ, ਉਹ ਸਮਾਂ ਦੁਬਾਰਾ ਨਹੀਂ ਆਉਣਾ ਹੈ। ਜਿਹੜਾ ਸਮਾਂ ਤੁਹਾਡੇ ਕੋਲ ਸਵੇਰੇ ਸੀ, ਤੁਸੀਂ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਇਹ ਗੱਲ ਕਹੋ ਵੀ ਉਹ ਸਵੇਰ ਵਾਲਾ ਸਮਾਂ ਹੁਣ ਫਿਰ ਆ ਜਾਏ, ਨਹੀਂ ਆਵੇਗਾ। ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਨਾ, ਸਕਿੰਟ ਵਾਲੀ ਸੂਈ ਇੱਕ ਵਾਰੀ ਟਿਕ ਟਿਕ ਕਰਕੇ ਅੱਗੇ ਲੰਘ ਗਈ, ਉਹ ਦੁਬਾਰਾ ਨਹੀਂ ਵਾਪਸ ਆਵੇਗੀ। ਜ਼ਿੰਦਗੀ ਉਹ ਨਿਕਲ ਗਈ, ਉਹ ਦੁਬਾਰਾ ਮਿਲਣੀ ਨਹੀਂ ਹੈ। ਮਹਾਰਾਜ ਇਹ ਮੈਨੂੰ ਸਮਝ ਆ ਗਈ ਹੈ। ਝਰਹਿ ਪੱਤਰ ਕੋ ਸ਼ਾਖ ਲਗਾਵੇ। ਜਿਹੜਾ ਪੱਤਾ ਇੱਕ ਵਾਰੀ ਟੁੱਟ ਗਿਆ, ਟੁੱਟ ਕੇ ਧਰਤੀ ਤੇ ਡਿੱਗ ਪਿਆ, ਫਿਰ ਕਿਹੜਾ ਸੂਰਮਾ ਦੁਨੀਆ ਦੇ ਵਿੱਚ ਜਿਹੜਾ ਉਸ ਟੁੱਟੇ ਹੋਏ ਪੱਤੇ ਨੂੰ ਦੁਬਾਰਾ ਫਿਰ ਜੋੜੇ?
ਨਹੀਂ ਜੋੜਿਆ ਜਾ ਸਕਦਾ ਹੈ। ਤਿਮ ਸੰਬੰਧੀ ਬਹੁਰ ਨਾ ਮੇਲਾ। ਮਹਾਰਾਜ ਮੈਨੂੰ ਸਮਝ ਪੈ ਗਈ ਹੈ, ਸਾਕ ਸੰਬੰਧੀਆਂ ਦਾ ਮੇਲਾ ਵੀ ਕੁਝ ਐਸੇ ਤਰ੍ਹਾਂ ਦਾ ਹੀ ਹੈ, ਇੱਕ ਵਾਰੀ ਟੁੱਟ ਗਏ ਦੁਬਾਰਾ ਫਿਰ ਮਿਲਾਪ ਨਹੀਂ ਹੁੰਦੇ ਹਨ। ਪਰਾਰ ਬੱਧ ਕਰ ਭਏ ਸਕੇਲਾ। ਪਰਾਰਬਧ ਹੁੰਦੀ ਹੈ ਸਾਡੀ ਉਹ ਕਿਸਮਤ ਜਿਹੜੀ ਕਿਸਮਤ ਦੇ ਨਾਲ ਅਸੀਂ ਦਾਣਾ ਪਾਣੀ ਛਕਣਾ ਹੈ, ਉਹਨੂੰ ਕਿਹਾ ਜਾਂਦਾ ਪਰਾਰਬਧ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਸੱਚ ਹੈ, ਉਹਨੂੰ ਕਿਹਾ ਜਾਂਦਾ ਪਰਾਰਬਧ। ਜਿਹਦੀ ਰੋਟੀ ਜਿੱਥੇ ਲਿਖੀ ਹੈ ਉੱਥੇ ਜਾ ਕੇ ਉਹਦਾ ਕਈਆਂ ਨਾਲ ਮਿਲਾਪ ਹੋਵੇਗਾ। ਜਿੱਦਣ ਉੱਥੋਂ ਰੋਟੀ ਖਤਮ ਹੋ ਗਈ ਦੁਬਾਰਾ ਅੱਗੇ ਜਿੱਥੇ ਲਿਖੀ ਹੈ ਫਿਰ ਉੱਥੇ ਜਾ ਕੇ ਮਿਲਾਪ ਹੋਵੇਗਾ। ਜਿੱਥੇ ਅੰਨ ਦਾ ਦਾਣਾ ਲਿਖਿਆ ਹੈ ਉੱਥੇ ਜਾ ਕੇ ਨਵੀਆਂ ਰਿਸ਼ਤੇਦਾਰੀਆਂ ਨਵੇਂ ਸਬੰਧ ਬਣਨਗੇ। ਅੱਗੇ ਫਿਰ ਕਿਤੇ ਹੋਰ ਲਿਖਿਆ ਉੱਥੇ ਜਾ ਕੇ ਨਵੇਂ ਸਬੰਧ ਬਣ ਜਾਣਗੇ। ਮਹਾਰਾਜ ਕਹਿਣ ਲੱਗੇ ਇਹ ਤੇ ਪਰਾਰਬਧ ਦੀ ਨਿਸ਼ਾਨੀ ਹੈ। ਹੁਣ ਆਪਾਂ ਇੱਥੇ ਬੈਠੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਆਪਾਂ ਕਿੱਥੋਂ ਕਿੱਥੋਂ ਆਏ ਹਾਂ, ਕਿਸੇ ਦਾ ਪਿੰਡ ਕਿਤੇ ਹੈ, ਕਿਸੇ ਦਾ ਜ਼ਿਲ੍ਹਾ ਕੋਈ ਹੈ, ਕੋਈ ਕਿਸੇ ਇਲਾਕੇ ਵਿੱਚੋਂ ਆਇਆ ਹੈ, ਪਰ ਇੱਥੇ ਮਿਲੇ ਆ ਨਾ, ਆ ਕੇ ਬੈਠੇ ਹੋਏ ਆ। ਉਹਦਾ ਕਾਰਨ ਇਹ ਹੈ ਵੀ ਸਾਡਾ ਇੱਥੇ ਦਾਣਾ ਪਾਣੀ ਹੈ, ਜਿੰਨਾ ਚਿਰ ਹੈ ਉਹਨਾਂ ਚਿਰ ਮਿਲੇ ਰਵਾਂਗੇ, ਆਉਂਦੇ ਰਵਾਂਗੇ। ਜਿੱਦਣ ਉਹ ਦਾਣਾ ਪਾਣੀ ਖਤਮ ਹੋ ਗਿਆ ਜਿੱਥੇ ਅੱਗੇ ਲਿਖਿਆ ਉੱਥੇ ਚਲੇ ਜਾਵਾਂਗੇ, ਬਾਅਦ 'ਚ ਪਤਾ ਨਹੀਂ ਆਇਆ ਜਾਵੇਗਾ ਕਿ ਨਹੀਂ। ਇਹਨੂੰ ਪਰਾਰਬਧ ਕਿਹਾ ਜਾਂਦਾ ਹੈ। ਜੋ ਤੇਰੇ ਕਰਮਾਂ 'ਚ ਦਾਣਾ ਪਾਣੀ ਜਿੱਥੇ ਲਿਖਿਆ ਹੈ ਤੈਨੂੰ ਉੱਥੇ ਜਾਣਾ ਪੈਣਾ ਹੈ। ਉੱਥੇ ਜਾ ਕੇ ਨਵੀਆਂ ਰਿਸ਼ਤੇਦਾਰੀਆਂ ਨਵੇਂ ਸਬੰਧ ਬਣਦੇ। ਇਹ ਦੁਨੀਆ ਦੀ ਆਪਣੇ ਇਸ ਜਨਮ ਦੀ ਉਦਾਹਰਣ ਹੈ, ਪਰ ਇਸੇ ਉਦਾਹਰਣ ਨੂੰ ਜੇ ਆਪਾਂ ਅੱਗੇ ਵਧਾ ਲਈਏ, ਮੰਨ ਲਓ ਹੁਣ ਸਾਡੇ ਕਰਮਾਂ ਵਿੱਚ ਲਿਖਿਆ ਅੰਨ ਖਾਣਾ ਅਸੀਂ ਮਨੁੱਖ ਬਣ ਗਏ, ਅੱਗੇ ਸਾਡੇ ਕਰਮਾਂ ਵਿੱਚ ਲਿਖਿਆ ਹੋਵੇਗਾ ਵੀ ਘਾਹ ਖਾਣਾ ਅਸੀਂ ਪਸ਼ੂ ਬਣ ਜਾਵਾਂਗੇ, ਅੱਗੇ ਲਿਖਿਆ ਹੋਵੇਗਾ ਵੀ ਮਾਸ ਖਾਣਾ ਤੇ ਸ਼ੇਰ ਚੀਤਾ ਬਣ ਜਾਵਾਂਗੇ। ਜਿਵੇਂ ਜਿਵੇਂ ਦੀ ਕਰਮਾਂ ਦੇ ਵਿੱਚ ਦਾਤ ਲਿਖੀ ਹੈ ਨਾ, ਉਸ ਤਰ੍ਹਾਂ ਦੇ ਹੀ ਜਨਮ ਮਿਲਦੇ, ਉਸ ਤਰ੍ਹਾਂ ਦੇ ਹੀ ਸੰਬੰਧ ਬਣਦੇ, ਉਸੇ ਤਰ੍ਹਾਂ ਦੇ ਮਿਲਾਪ ਹੁੰਦੇ। ਜਿਵੇਂ ਜਿਵੇਂ ਉਹ ਕਰਮ ਨਿਬੜਦਾ ਜਾਂਦਾ ਪਿਛਲਿਆਂ ਨਾਲੋਂ ਟੁੱਟਦੇ ਜਾਈਦਾ, ਅਗਲਿਆਂ ਦੇ ਨਾਲ ਜੁੜਦੇ ਜਾਈਦਾ ਹੈ। ਪਰ ਇਹ ਟੁੱਟਣਾ ਤੇ ਜੁੜਨਾ ਇਹ ਕਰਮਾਂ ਦੀ ਨਿਸ਼ਾਨੀ ਹੈ, ਤੇਰੇ ਦਾਣੇ ਪਾਣੀ ਦੀ ਖੇਡ ਹੈ। ਜਿੱਥੇ ਚੋਗ ਲਿਖੀ ਹੈ ਉੱਥੇ ਜਾ ਕੇ ਸੰਜੋਗ ਬਣਦਾ ਹੈ। ਕਿਉਂ ਚਿਤ ਲਾਏ ਸੋ ਜਨਮ ਗਵਾਈਏ। ਮਹਾਰਾਜ ਫਿਰ ਮੈਂ ਕਿਉਂ ਇਹਨਾਂ ਸੰਬੰਧੀਆਂ ਦੇ ਨਾਲ ਆ, ਮੇਰੀ ਮਾਂ ਬੈਠੀ ਹੈ, ਮੇਰਾ ਬਾਪ ਬੈਠਾ ਹੈ, ਮੇਰੇ ਚਾਚੇ ਤਾਏ ਵੀ ਆ ਕੇ ਇੱਥੇ ਬੈਠੇ, ਮਹਾਰਾਜ ਮੈਂ ਇਹਨਾਂ ਦੇ ਨਾਲ ਚਿੱਤ ਕਿਉਂ ਲਾਵਾਂ, ਮੈਂ ਇਹਨਾਂ ਨਾਲ ਚਿੱਤ ਲਾ ਕੇ ਆਪਣਾ ਸਮਾਂ ਕਿਉਂ ਬਰਬਾਦ ਕਰਾਂ। ਜਦੋਂ ਇਹਨਾਂ ਨੇ ਮੇਰੇ ਨਾਲ ਨਹੀਂ ਨਿਭਣਾ, ਮੈਂ ਇਹਨਾਂ ਦੇ ਨਾਲ ਨਹੀਂ ਨਿਭਣਾ। ਮੈਂ ਤੇ ਅੰਨ ਪਾਣੀ ਕਰਕੇ ਇਹਨਾਂ ਦਾ ਪੁੱਤਰ ਬਣਿਆ, ਜਦੋਂ ਮੇਰਾ ਅੰਨ ਪਾਣੀ ਖਤਮ ਹੋ ਗਿਆ ਮੈਂ ਕਿਸੇ ਹੋਰ ਪਾਸੇ, ਇਹਨਾਂ ਨੇ ਕਿਸੇ ਹੋਰ ਪਾਸੇ ਚਲੇ ਜਾਣਾ ਹੈ। ਫਿਰ ਮੈਂ ਇਹਨਾਂ ਦੇ ਮੋਹ ਵਿੱਚ ਪੈ ਕੇ ਦਿਨੇ ਰਾਤ ਕੰਮ ਕਰਾਂ, ਰੱਬ ਦਾ ਨਾਮ ਜਪਾ ਹੀ ਨਾ, ਤੇ ਫਿਰ ਮੈਨੂੰ ਤੇ ਲਾਭ ਤੇ ਕੋਈ ਨਾ ਹੋਇਆ, ਫਿਰ ਮੈਨੂੰ ਘਾਟਾ ਹੀ ਪੈ ਗਿਆ ਨਾ। ਜਿਹੜੇ ਕੰਮ ਵਾਸਤੇ ਆਇਆ ਉਹ ਕੀਤਾ ਨਹੀਂ। ਗੁਰਮੁਖੋ ਦੁਨੀਆ ਆਖਦੀ ਉਹ ਬੱਚਾ ਕਮਲਾ ਹੈ, ਪਰ ਦੁਨੀਆ ਦੇ ਕਹਿਣ ਮੁਤਾਬਕ ਕਮਲਾ, ਬਚਨ ਬੜੇ ਉਹਦੇ ਸੱਚੇ ਤੇ ਗਿਆਨ ਵਾਲੇ। ਹਾਲਤ ਬਿਲਕੁਲ ਸਾਡੀ ਵੀ ਐਸੇ ਤਰ੍ਹਾਂ ਦੀ। ਆਪਾਂ ਸੋਚਦੇ ਹਾਂ ਇਹ ਪੁੱਤਰ ਹੈ, ਇਹ ਧੀ ਹੈ, ਇਹ ਮੇਰਾ ਰਿਸ਼ਤੇਦਾਰ ਹੈ, ਮੈਂ ਇਹਦੇ ਵਾਸਤੇ ਦਿਨੇ ਰਾਤ ਮਿਹਨਤ ਕਰਾਂ, ਮੁਸ਼ੱਕਤ ਕਰਾਂ, ਤੇ ਕਈ ਵਾਰੀ ਨਿਤਨੇਮ ਨਹੀਂ ਹੁੰਦਾ, ਕਈ ਵਾਰੀ ਨਾਮ ਵੀ ਨਹੀਂ ਜਪਿਆ ਜਾਂਦਾ ਹੈ, ਕਈ ਵਾਰੀ ਗੁਰੂ ਘਰ ਵੀ ਨਹੀਂ ਆਇਆ ਜਾਂਦਾ ਕਿ ਕੀ ਲੋੜ ਹੈ ਪਹਿਲਾਂ ਕੰਮ ਕਰ ਲਵਾਂ। ਪਰ ਬਚਨ ਇਹ ਆ ਜਿਹਦੇ ਵਾਸਤੇ ਸਭ ਕੁਝ ਛੱਡਿਆ, ਇੱਕ ਦਿਨ ਉਹਨੇ ਸਾਨੂੰ ਛੱਡ ਜਾਣਾ ਜਾਂ ਅਸੀਂ ਉਹਨੂੰ ਛੱਡ ਜਾਣਾ। ਪਰ ਜਿਹੜਾ ਨਾਲ ਨਿਭਣਾ ਸੀ ਪ੍ਰਮਾਤਮਾ ਦਾ ਨਾਮ, ਉਹ ਸਗੋਂ ਛੱਡ ਬੈਠੇ, ਉਹ ਸਗੋਂ ਜਪਣਾ ਚਾਹੀਦਾ ਸੀ। ਜਿਹਨੇ ਨਾਲ ਜਾਣਾ ਹੈ ਉਹ ਛੱਡ ਦਿੱਤਾ, ਜਿਹਨੇ ਛੱਡ ਜਾਣਾ ਉਹਨੂੰ ਫੜੀ ਰੱਖਿਆ। ਕਹਿੰਦੇ ਐਸੀ ਹਾਲਤ ਹੈ ਜਿਸ ਕੋ ਮਿਲਿਓ ਬਹੁਰ ਨਾ ਪਾਈਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਿਲਬੋ, ਜਿਹਨੂੰ ਦੁਬਾਰਾ ਮਿਲਿਆ ਨਹੀਂ ਜਾਏਗਾ। ਇੱਕ ਵਾਰੀ ਪਰਿਵਾਰ ਛੁੱਟ ਗਿਆ, ਦੁਬਾਰਾ ਉਹਦੇ ਨਾਲ ਮੇਲਾ ਗੇਲਾ ਕੋਈ ਨਹੀਂ ਹੈ। ਇੱਕ ਮਾਤਾ ਦਾ ਪੁੱਤਰ ਚੜ੍ਹਾਈ ਕਰ ਗਿਆ, ਤੜਕੇ ਉੱਠ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਰੇ, ਵੈਣ ਪਾਇਆ ਕਰੇ, ਚੀਕਾਂ ਕੂਕਾਂ ਮਾਰਿਆ ਕਰੇ, ਆਪਣੇ ਪੁੱਤਰ ਨੂੰ ਯਾਦ ਕਰਿਆ ਕਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਅੰਮ੍ਰਿਤ ਵੇਲੇ ਕੰਨਾਂ ਵਿੱਚ ਆਵਾਜ਼ ਪਈ ਤੇ ਸਤਿਗੁਰਾਂ ਨੇ ਪੁੱਛਿਆ, ਸਿੱਖ ਨੂੰ ਕਹਿਣ ਲੱਗੇ ਵੀ ਆ ਕਿਹੜਾ ਜਿਹੜਾ ਤੜਕੇ ਉੱਠ ਕੇ ਰੋਜ਼ ਹੀ ਰੋਣ ਲੱਗ ਪੈਂਦਾ, ਇਹ ਸਮਾਂ ਤੇ ਨਾਮ ਜਪਣ ਦਾ ਹੈ। ਸਿੱਖ ਨੇ ਦੱਸਿਆ ਮਹਾਰਾਜ ਇੱਕ ਮਾਤਾ ਹੈ ਤੇ ਉਹਦਾ ਪੁੱਤਰ ਪੂਰਾ ਹੋ ਗਿਆ ਹੈ, ਉਹਨੂੰ ਯਾਦ ਕਰਕੇ ਰੋਂਦੀ ਹੈ। ਸਤਿਗੁਰੂ ਕਹਿਣ ਲੱਗੇ ਬੁਲਾ ਕੇ ਲੈ ਕੇ ਆਓ।
ਬੁਲਾ ਕੇ ਲਿਆਂਦਾ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਮਾਤਾ ਰੋਂਦੀ ਕਿਉਂ ਹੈ? ਮਾਤਾ ਕਹਿਣ ਲੱਗੀ ਮਹਾਰਾਜ ਇੱਕੋ ਹੀ ਪੁੱਤਰ ਸੀ, ਉਹ ਪੂਰਾ ਹੋ ਗਿਆ, ਮੈਂ ਉਹਨੂੰ ਯਾਦ ਕਰ ਕਰਕੇ ਰੋਂਦੀ ਹਾਂ, ਉਹ ਪਤਾ ਨਹੀਂ ਕਿੱਥੇ ਹੋਵੇਗਾ, ਦੁਖੀ ਹੋਵੇਗਾ ਕਿ ਸੁਖੀ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਮਿਲੇ, ਮੈਂ ਇਹਨੂੰ ਮਿਲਣਾ ਚਾਹੁੰਦੀ ਹਾਂ, ਮੇਰਾ ਉਹਦੇ ਬਿਨਾਂ ਸਰਦਾ ਨਹੀਂ, ਮੇਰਾ ਉਹਦੇ ਬਿਨਾਂ ਜੀ ਨਹੀਂ ਲੱਗਦਾ। ਆਪ ਜੀ ਸਮਰੱਥ ਹੋ, ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਲੜਕੇ ਦੀ ਆਤਮਾ ਨੂੰ ਮੰਗਾਇਆ, ਸਾਹਮਣੇ ਕੀਤਾ ਉਸ ਮਾਤਾ ਦੇ। ਲੜਕੇ ਦੀ ਆਤਮਾ ਨੇ ਆ ਕੇ ਆਖਿਆ, ਕਹਿਣ ਲੱਗੇ ਬੀਬੀ ਤੇਰਾ ਸਾਡਾ ਰਿਸ਼ਤਾ ਉਹਨਾਂ ਚਿਰ ਸੀ ਜਿੰਨਾ ਚਿਰ ਮੇਰਾ ਸਰੀਰ ਸੀ ਤੇ ਤੇਰਾ ਸਰੀਰ ਸੀ। ਅੱਜ ਤੇਰਾ ਸਰੀਰ ਹੈ ਪਰ ਮੇਰਾ ਨਹੀਂ ਹੈ, ਆਪਣਾ ਰਿਸ਼ਤਾ ਖਤਮ। ਹੁਣ ਤੇਰਾ ਰੋਣਾ ਨਾ ਰੋਣਾ ਉਹ ਮੈਨੂੰ ਕੋਈ ਨਹੀਂ ਸੁਣਾਈ ਦਿੰਦਾ, ਮੈਂ ਤੇ ਅੱਗੇ ਆਪਣੇ ਕਰਮ ਭੋਗਣ ਵਾਸਤੇ ਚਲਾ ਗਿਆ, ਮੈਂ ਤੈਨੂੰ ਯਾਦ ਨਹੀਂ ਕਰਦਾ ਕਿਉਂਕਿ ਮੇਰਾ ਤੇਰਾ ਰਿਸ਼ਤਾ ਖਤਮ ਹੋ ਗਿਆ। ਮੈਂ ਤੇ ਆਪਣੇ ਕਰਮਾਂ ਮੁਤਾਬਕ ਅੱਗੇ ਜੋ ਮੇਰੇ ਕਰਮ ਲਿਖੇਗਾ, ਜਿਵੇਂ ਦੇ ਮੈਂ ਕੀਤੇ ਮੈਨੂੰ ਸਰੀਰ ਮਿਲਿਆ ਜਾਂ ਮਿਲੇਗਾ, ਮੈਂ ਤੇ ਉਧਰ ਨੂੰ ਜਾਣਾ ਹੈ। ਜਿਹੋ ਜਿਹਾ ਕਰਮ ਤੂੰ ਕੀਤੇ ਸਰੀਰ ਛੱਡ ਕੇ ਤੈਨੂੰ ਉਹ ਜਨਮ ਮਿਲ ਜਾਣਾ। ਆਪਣਾ ਰਿਸ਼ਤਾ ਉਹਨਾਂ ਚਿਰ ਸੀ ਜਿੰਨਾ ਚਿਰ ਆਪਾਂ ਦੋਨੇ ਜਾਣੇ ਸਰੀਰ ਦੇ ਵਿੱਚ ਸੀ, ਮਾਂ ਪੁੱਤਰ ਬਣੇ ਹੋਏ। ਮੇਰਾ ਸਰੀਰ ਛੁੱਟ ਗਿਆ, ਰਿਸ਼ਤਾ ਸਰੀਰ ਦੇ ਨਾਲ ਹੈ, ਮੇਰੀ ਆਤਮਾ ਨਾਲ ਤੇਰਾ ਰਿਸ਼ਤਾ ਕੋਈ ਨਹੀਂ ਹੈ। ਆਤਮਾ ਅੱਗੇ ਹੋਰ ਕਿਸੇ ਸਰੀਰ ਵਿੱਚ ਪਵੇਗੀ, ਉੱਥੇ ਰਿਸ਼ਤੇਦਾਰੀ ਬਣੇਗੀ। ਇਸ ਕਰਕੇ ਮੈਂ ਹੁਣ ਤੈਨੂੰ ਯਾਦ ਨਹੀਂ ਕਰਦਾ, ਮੇਰਾ ਤੇਰਾ ਕੋਈ ਆਪਸ ਵਿੱਚ ਲੈਣਾ ਦੇਣਾ ਨਹੀਂ ਹੈ, ਤੂੰ ਮੈਨੂੰ ਯਾਦ ਨਾ ਕਰਿਆ ਕਰ। ਜਿੰਨੀ ਜ਼ਿੰਦਗੀ ਹੈ ਰੱਬ ਦਾ ਨਾਂ ਲੈ ਕੇ ਆਪਣੀ ਸਫਲੀ ਕਰ ਲਾ। ਸਤਿਗੁਰਾਂ ਨੇ ਸਮਝਾਇਆ, ਕਹਿਣ ਲੱਗੇ ਆ ਮਾਤਾ ਤੂੰ ਰੋਜ਼ ਸਵੇਰੇ ਉੱਠ ਕੇ ਉਹਨੂੰ ਰੋਂਦੀ ਹੈ, ਇਹੀ ਤੂੰ ਰੱਬ ਦਾ ਨਾਂ ਲੈ, ਜਿਹੜਾ ਚਲੇ ਗਿਆ ਉਹ ਚਲੇ ਗਿਆ, ਉਹਨੇ ਦੁਬਾਰਾ ਨਹੀਂ ਆਉਣਾ ਤੇਰੀ ਜ਼ਿੰਦਗੀ ਵਿੱਚ। ਕਰਮਾਂ ਦਾ ਲੇਖਾ ਮੁੱਕ ਗਿਆ, ਨਿਬੜ ਗਿਆ, ਉਹਦੇ ਅੱਗੇ ਕਰਮ ਬਣ ਗਏ, ਆਪਣਾ ਲੇਖਾ ਦੇਣ ਵਾਸਤੇ ਅੱਗੇ ਤੁਰ ਗਿਆ। ਤੇਰੇ ਆਪਣੇ ਕਰਮ ਨੇ, ਤੂੰ ਆਪਣੇ ਹਿਸਾਬ ਨਾਲ ਕਿਸੇ ਪਾਸੇ ਚਲੇ ਜਾਣਾ ਹੈ। 15 ਪੰਛੀ ਇਕੱਠੇ ਹੋ ਕੇ ਬੈਠੇ ਚੋਗਾ ਚੁਗਦੇ ਪਏ। ਜਦੋਂ ਕੋਈ ਨਿੱਕਾ ਜਿਹਾ ਖੜਾਕ ਹੋਇਆ ਨਾ, ਸਾਰੇ ਪੰਛੀ ਉੱਡੇ, ਸਾਰੇ ਇੱਕ ਪਾਸੇ ਨਹੀਂ ਗਏ, ਕੋਈ ਲਹਿੰਦੇ ਨੂੰ, ਕੋਈ ਚੜ੍ਹਦੇ ਨੂੰ, ਕੋਈ ਸੱਜੇ ਨੂੰ, ਕੋਈ ਖੱਬੇ ਨੂੰ। ਇਹ ਦੁਨੀਆ ਦਾ ਚੋਗਾ ਚੁਗਣ ਵਾਸਤੇ ਆਪਾਂ ਇਕੱਠੇ ਹੋਏ ਹਾਂ। ਜਦੋਂ ਸੰਸਾਰ ਵਿੱਚੋਂ ਉੱਡਾਂਗੇ ਨਾ, ਨਿਕਲਾਂਗੇ, ਕੋਈ ਕਿਸੇ ਜਨਮ ਵਿੱਚ, ਕੋਈ ਕਿਸੇ ਜਨਮ ਦੇ ਵਿੱਚ ਜਾ ਕੇ ਮਿਲਦਾ ਹੈ, ਉਹ ਆਪੋ ਆਪਣੇ ਕਰਮਾਂ ਦੀ ਨਿਸ਼ਾਨੀ ਹੈ। ਸਤਿਗੁਰੂ ਬਖਸ਼ਦੇ ਹਨ। ਜਿਉ ਤਰ ਪਰ ਨਿਸ ਪੰਛੀ ਬਸੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਰਾਤ ਨੂੰ ਰੁੱਖ ਦੇ ਉੱਪਰ ਆ ਕੇ ਕਈ ਪੰਛੀ ਬੈਠਦੇ ਹਨ, ਉੱਡ ਹੈ ਦਿਸ਼ਾ ਚੌ ਮੈਂ ਰਬ ਪਾਸੇ। ਤੇ ਜਦੋਂ ਸਵੇਰੇ ਸੂਰਜ ਚੜ੍ਹਦਾ ਨਾ, ਸੂਰਜ ਦੀ ਲਾਲ ਟਿੱਕੀ ਵੇਖ ਕੇ ਉਹ ਪੰਛੀ ਰੁੱਖ ਤੋਂ ਉੱਡ ਜਾਂਦੇ। ਰੁੱਖ ਤੋਂ ਉੱਡੇ ਪੰਛੀ ਕੋਈ ਚੜ੍ਹਦੇ ਨੂੰ ਗਏ, ਕੋਈ ਲਹਿੰਦੇ ਨੂੰ ਗਏ, ਉੱਤਰ ਦੱਖਣ ਪੂਰਬ ਪੱਛਮ ਨੂੰ ਉੱਡ ਗਏ, ਦੁਬਾਰਾ ਉਸ ਰੁੱਖ ਤੇ ਆ ਕੇ ਫਿਰ ਇਕੱਠੇ ਨਹੀਂ ਹੋਣਗੇ। ਇੱਕ ਰਾਤ ਦਾ ਮੇਲਾ ਪੂਰਾ ਹੋ ਗਿਆ, ਉੱਡ ਗਏ, ਚਲੇ ਗਏ ਆਪੋ ਆਪਣੀ ਕਿਸਮਤ ਦੀ ਨਵੀਂ ਚੋਗ ਚੁਗਣ ਵਾਸਤੇ। ਕੀ ਪਤਾ ਅੱਗੇ ਚੋਗ ਮਿਲਣੀ ਹੈ ਕਿ ਮੌਤ ਮਿਲਣੀ ਹੈ, ਸਰੀਰ ਛੱਡਣਾ ਕਿ ਅੱਗੇ ਬੱਚੇ ਨੂੰ ਜਨਮ ਦੇਣਾ ਹੈ, ਕਿ ਕੋਈ ਪਤਾ ਨਹੀਂ ਹੈ। ਇਸੇ ਤਰ੍ਹਾਂ ਇਹ ਸੰਸਾਰ ਇੱਕ ਰੁੱਖ ਹੈ ਜਿੱਥੇ ਆਪਾਂ ਆ ਕੇ ਬੈਠੇ ਹਾਂ, ਤੇ ਸਾਡਾ ਇਹ ਇੱਕ ਰਾਤ ਕੀ ਹੈ, ਇਹ ਜਿੰਨੀ ਸਾਡੀ ਉਮਰ ਹੈ ਨਾ, 20 ਸਾਲ 50 ਸਾਲ 100 ਸਾਲ, ਇਹ ਮੰਨ ਲਓ ਵੀ ਇੱਕ ਰਾਤ ਹੀ ਹੈ। ਜਿੰਨਾ ਚਿਰ ਸਾਡਾ ਇੱਥੇ ਸੰਜੋਗ ਲਿਖਿਆ, ਦਾਣਾ ਪਾਣੀ ਜਲ ਪਾਣੀ ਲਿਖਿਆ, ਛਕਾਂਗੇ, ਜਦੋਂ ਪੂਰਾ ਹੋ ਗਿਆ ਫਿਰ ਸੰਸਾਰ ਤੋਂ ਜਾਣਾ ਹੈ। ਇਤਿਆਦਕ ਮੈਂ ਤਰਕ ਵਿਚਾਰੋ। ਮਹਾਰਾਜ ਤੁਹਾਡੀ ਗੁਰਬਾਣੀ ਵਿੱਚ ਲਿਖਿਆ ਹੈ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ। ਉਹ ਪੰਕਤੀ ਪੜ੍ਹ ਕੇ ਮੈਂ ਬੜਾ ਕੁਝ ਆਪਣੇ ਮਨ ਵਿੱਚ ਵਿਚਾਰਿਆ। ਉਹ ਮਨਾ ਜਿਨ੍ਹਾਂ ਵਾਸਤੇ ਤੂੰ ਭੱਜਾ ਫਿਰਦਾ ਦਿਨੇ ਰਾਤ, ਰੱਬ ਦੇ ਨਾਮ ਨੂੰ ਜਪਦਾ ਨਹੀਂ, ਉਹਨਾਂ ਨੇ ਤੇ ਤੇਰੇ ਨਾਲ ਜਾਣਾ ਨਹੀਂ ਹੈ। ਜਾਣਾ ਹੈ ਰੱਬ ਦੇ ਜਪੇ ਹੋਏ ਨਾਮ ਨੇ, ਉਹ ਤੂੰ ਜਪਦਾ ਨਹੀਂ। ਇਹ ਗੱਲਾਂ ਨੂੰ ਮੈਂ ਆਪਣੇ ਮਨ ਵਿੱਚ ਵਿਚਾਰਦਾ ਹਾਂ। ਸਤਾ ਸਤ ਭਲੇ ਨਿਰਧਾਰੋ। ਤੇ ਮਹਾਰਾਜ ਸਤ ਤੇ ਅਸਤ, ਸਤ ਕੀ ਹੈ? ਜੋ ਸੱਚ ਹੈ। ਸੱਚ ਕੀ ਹੈ? ਸਦਾ ਰਹਿਣ ਵਾਲਾ ਪਰਮਾਤਮਾ। ਤੇ ਅਸਤ ਕਿਹਾ ਜਾਂਦਾ ਝੂਠ ਨੂੰ। ਝੂਠ ਕੀ ਹੈ? ਸੰਸਾਰ। ਸੰਸਾਰ ਕਦੇ ਰਹਿਣ ਵਾਲਾ ਨਹੀਂ, ਝੂਠ ਕਦੇ ਰਹਿੰਦਾ ਨਹੀਂ ਹੈ। ਝੂਠ ਦੀ ਉਮਰਾਂ ਬਹੁਤੀ ਲੰਮੀ ਨਹੀਂ ਹੁੰਦੀ, ਅੱਜ ਨਹੀਂ ਤੇ ਕੱਲ ਝੂਠ ਨੇ ਖਤਮ ਹੋਣਾ ਹੈ। ਸੱਚ ਸਦਾ ਰਹਿਣ ਵਾਲਾ ਹੈ। ਸੱਚ ਹੈ ਪਰਮਾਤਮਾ, ਤਾਂ ਆਖਿਆ ਆਦ ਸੱਚ ਜੁਗਾਦ ਸੱਚ। ਪਰਮਾਤਮਾ ਸੱਚ, ਉਹਨੇ ਸਦਾ ਰਹਿਣਾ ਹੈ। ਸੰਸਾਰ ਝੂਠਾ ਨਾਸਵੰਤ, ਇਹਨੇ ਮੁੱਕ ਜਾਣਾ ਹੈ।
ਇਸ ਕਰਕੇ ਮੈਂ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ, ਜਿਹਨੇ ਮੁੱਕ ਜਾਣਾ ਹੈ ਫਿਰ ਉਹਦੇ ਨਾਲ ਰਿਸ਼ਤੇਦਾਰੀ ਮੈਂ ਕਿਉਂ ਬਣਾਵਾਂ। ਮੈਂ ਰਿਸ਼ਤਾ ਉਹਦੇ ਨਾਲ ਰੱਖਾਂਗਾ ਜਿਹਨੇ ਸਦਾ ਰਹਿਣਾ, ਤੇ ਸਦਾ ਰਹਿਣਾ ਪ੍ਰਮਾਤਮਾ ਨੇ। ਇਸ ਕਰਕੇ ਮੈਂ ਉਹਦੇ ਨਾਲ ਜੁੜਦਾ ਹਾਂ। ਬੋਲਣ ਹੱਸਣਾ ਖਾਣਾ ਪੀਣਾ। ਮਹਾਰਾਜ ਇਹ ਬਹੁਤਾ ਬੋਲਣਾ, ਕਈਆਂ ਦਾ ਸੁਭਾਅ ਹੁੰਦਾ ਨਾ ਬੋਲੀ ਜਾਣਾ ਬੋਲੀ ਜਾਣਾ। ਮਹਾਰਾਜ ਮੈਨੂੰ ਬਹੁਤਾ ਬੋਲਣਾ ਭੁੱਲ ਗਿਆ ਹੈ। ਮੈਂ ਕਿਉਂ ਬੋਲਾਂ ਫਜ਼ੂਲ, ਐਵੇਂ ਕਿਉਂ ਗੱਲਾਂ ਕਰਾਂ। ਬੋਲਤ ਬੋਲਤ ਵਧੇ ਵਿਕਾਰਾ, ਬੋਲਦਿਆਂ ਬੋਲਦਿਆਂ ਵਿਕਾਰ ਪੈਦਾ ਹੁੰਦੇ। ਜੇ ਕੋਈ ਉਹੋ ਜਿਹਾ ਮਿਲ ਗਿਆ ਉਹਦੇ ਨਾਲ ਗੰਦੀਆਂ ਮਾੜੀਆਂ ਗੱਲਾਂ ਕੀਤੀਆਂ, ਵਿਕਾਰ ਪੈਦਾ ਹੋਏ। ਜੇ ਕੋਈ ਮਾੜੇ ਸੁਭਾਅ ਵਾਲਾ ਮਿਲ ਗਿਆ ਉਹਦੇ ਨਾਲ ਬੋਲਾਂਗੇ ਤੇ ਝਗੜਾ ਵੱਧ ਜਾਏਗਾ। ਕੋਈ ਮਾੜਾ ਮੋਟਾ ਬਚਨ ਕੋਈ ਉਲਟਾ ਨਿਕਲ ਗਿਆ, ਉਹ ਅਗਲਾ ਅੱਗੋਂ ਸਾਨੂੰ ਉਹੋ ਜਿਹਾ ਹੀ ਬਚਨ ਕਰੇਗਾ ਵੀ ਤੂੰ ਮੈਨੂੰ ਇਹ ਗੱਲ ਕਹੀ ਹੈ। ਬੋਲਤ ਬੋਲਤ ਵਧੇ ਵਿਕਾਰਾ, ਗੱਲਾਂ ਬਾਤਾਂ ਕਰਦਿਆਂ ਵਿਕਾਰ ਵੱਧਦੇ। ਮਾੜੀਆਂ ਗੱਲਾਂ ਕਰੋਗੇ ਵਿਕਾਰ ਪੈਦਾ ਹੋਣਗੇ। ਜੇ ਸੱਚ ਕਿਸੇ ਦੇ ਸਾਹਮਣੇ ਬੋਲ ਕੇ ਕੋਈ ਉਹੋ ਜਿਹਾ ਬਚਨ ਕਰੋਗੇ ਤੇ ਉਹਦੇ ਨਾਲ ਝਗੜਾ ਬਣ ਜਾਏਗਾ। ਇਸ ਕਰਕੇ ਮੈਨੂੰ ਬੋਲਣਾ ਭੁੱਲ ਗਿਆ ਹੈ। ਮੈਂ ਬੋਲਦਾ ਨਹੀਂ ਬਹੁਤਾ। ਬਹੁਤਾ ਬੋਲਣ ਵਾਲਾ ਸੰਸਾਰ ਵਿੱਚ ਡਿੱਗ ਪੈਂਦਾ ਹੈ। ਮਹਾਰਾਜ ਮੈਨੂੰ ਬੋਲਣਾ ਭੁੱਲਿਆ ਹੈ। ਮੈਂ ਬੋਲਦਾ ਨਹੀਂ ਕਿਸੇ ਦੇ ਨਾਲ, ਮੈਂ ਚੁੱਪ ਰਹਿੰਦਾ। ਇਹ ਆਖਦੇ ਇਹਨੂੰ ਭੂਤ ਚੰਬੜ ਗਿਆ, ਇਹਨੂੰ ਤੇ ਗੱਲਾਂ ਨਹੀਂ ਕਰਨੀਆਂ ਆਉਂਦੀਆਂ। ਮੇਰੇ ਮਾਂ-ਬਾਪ ਮੈਨੂੰ ਇਹ ਗੱਲ ਕਹਿੰਦੇ, ਸਾਡੇ ਪੁੱਤਰ ਨੂੰ ਭੂਤ ਚਿੰਬੜਿਆ ਹੈ, ਇਹ ਤੇ ਬੋਲਦਾ ਹੀ ਨਹੀਂ ਹੈ। ਮਹਾਰਾਜ ਮੈਂ ਬੋਲਾਂ ਤੇ ਬੋਲਾਂ ਕਿਉਂ? ਜਿਹੜੀ ਗੱਲ ਬੋਲਣੀ ਉਹਦਾ ਮੁੱਲ ਹੀ ਕੋਈ ਨਹੀਂ। ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣਾ ਤੇ ਝੱਖਾਂ ਮਾਰਨੀਆਂ। ਮੈਂ ਪਾਣੀ 'ਚ ਮਧਾਣੀ ਸਾਰਾ ਦਿਨ ਪਾਈ ਜਾਓ, ਮੂੰਹ ਥੱਕ ਜਾਏਗਾ, ਜ਼ੁਬਾਨ ਥੱਕ ਜਾਏਗੀ, ਨਿਕਲੇਗਾ ਕੁਝ ਨਹੀਂ। ਮੈਂ ਬੋਲਦਾ ਨਹੀਂ। ਕਿਉਂ ਨਹੀਂ ਬੋਲਦਾ? ਬਿਨ ਬੋਲੇ ਜਾਣੇ ਸਭ ਸੋਏ। ਉਹ ਤੇ ਬਿਨਾਂ ਬੋਲਿਆਂ ਜਾਣਦਾ। ਮੁੱਲਾ ਮਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਉਹ ਪ੍ਰਮਾਤਮਾ ਸਾਰੇ ਥਾਵਾਂ ਤੇ ਹੈ। ਇਸ ਕਰਕੇ ਮੈਂ ਬਹੁਤਾ ਬੋਲਣਾ ਤਾਂ ਛੱਡਿਆ। ਮਹਾਰਾਜ ਨੇ, ਮਾਤਾ ਪਿਤਾ ਨੇ ਪੁੱਛਿਆ ਨਾ ਕੋਲ ਬੈਠਿਆਂ, ਜੀ ਇਹ ਬੋਲਦਾ ਨਹੀਂ ਹੈ। ਕਹਿਣ ਲੱਗਾ ਬੋਲਾਂ ਤੇ ਬੋਲਾਂ ਕੀ? ਮੈਂ ਨਹੀਂ ਬੋਲਦਾ। ਬੋਲਣ ਦਾ ਕੋਈ ਮਤਲਬ ਹੀ ਨਹੀਂ ਹੈ। ਮੈਂ ਜਿੰਨਾ ਬੋਲਦਾ ਬਸ ਨਾਮ ਜਪਦਾ, ਮੈਂ ਤੇ ਬਾਣੀ ਪੜ੍ਹਦਾ। ਦੂਜਾ ਬਚਨ ਆ ਗਿਆ ਹੱਸਣਾ। ਮਹਾਰਾਜ ਅਸੀਂ ਕੋਈ ਗੱਲਬਾਤ ਕਰਕੇ ਹੱਸਦੇ ਹਾਂ, ਇਹ ਹੱਸਦਾ ਵੀ ਨਹੀਂ ਹੈ। ਤੇ ਬੱਚੇ ਨੇ ਜਵਾਬ ਦਿੱਤਾ, ਕਹਿਣ ਲੱਗਾ ਮੈਂ ਹੱਸਾਂ ਕਿਉਂ? ਹੱਸੇ ਤੇ ਉਹ ਜਿਹਨੇ ਲਾਭ ਲੈ ਲਿਆ ਹੈ। ਜਦੋਂ ਮੈਨੂੰ ਘਾਟਾ ਪਵੇਗਾ, ਮੰਨ ਲਓ ਇੱਕ ਬੰਦੇ ਨੂੰ 50,000 ਦਾ ਘਾਟਾ ਪੈ ਗਿਆ, ਉਹ ਹੱਸੇਗਾ ਥੋੜ੍ਹੀ ਵੀ ਬੱਲੇ ਬੱਲੇ ਬੜੀ ਚੰਗੀ ਗੱਲ ਹੋਈ ਮੈਨੂੰ ਘਾਟਾ ਪੈ ਗਿਆ। ਹੱਸੇਗਾ ਨਹੀਂ, ਉਹ ਅਫਸੋਸ ਕਰੇਗਾ। ਮਹਾਰਾਜ ਮੈਨੂੰ ਰੋਜ਼ 24,000 ਸਵਾਸ ਦਾ ਘਾਟਾ ਪੈਂਦਾ ਪਿਆ, ਮੈਂ ਕਿਉਂ ਹੱਸਾਂਗਾ? ਮੈਂ ਤੇ ਇਹ ਸੋਚਦਾ ਰਹਿੰਦਾ ਵੀ ਅੱਜ ਇੰਨੇ ਸਵਾਸ ਚਲੇਗਾ, ਮੈਂ ਨਾਮ ਕਿੰਨਾ ਕੁ ਜਪਿਆ ਹੈ। ਮੈਨੂੰ ਹੱਸਣਾ ਭੁੱਲ ਗਿਆ ਹੈ। ਇਸੇ ਤਰ੍ਹਾਂ ਮਾਤਾ ਪਿਤਾ ਨੇ ਆਖਿਆ ਮਹਾਰਾਜ ਇਹ ਬਹੁਤਾ ਖਾਂਦਾ ਪੀਂਦਾ ਵੀ ਨਹੀਂ ਹੈ। ਤੇ ਬੱਚੇ ਨੇ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਖਾਣਾ ਪੀਣਾ ਉਦੋਂ ਭੁੱਲ ਜਾਂਦਾ ਹੈ ਜਦੋਂ ਇਹ ਪਤਾ ਹੋਵੇ ਵੀ ਮੌਤ ਮੇਰੇ ਸਿਰ ਤੇ ਖਲੋਤੀ ਹੈ। ਉਦੋਂ ਖਾਣਾ ਪੀਣਾ ਥੋੜ੍ਹੀ ਚੇਤੇ ਰਹਿੰਦਾ। ਪੈਂਦੇ ਖਾਂ ਨੇ ਆਖਿਆ ਮਹਾਰਾਜ ਮੇਰਾ ਸਰੀਰ ਬੜਾ ਤਗੜਾ ਹੈ, ਮੈਨੂੰ ਵਕਾਰ ਬੜੇ ਫੁਰਦੇ। ਜਦੋਂ ਇਹ ਬਚਨ ਕੀਤਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਪੈਂਦਿਆਂ 7 ਦਿਨਾਂ ਵਿੱਚ ਮੌਤ ਹੈ। ਡਰ ਗਿਆ, ਮੰਜੇ ਤੇ ਪੈ ਗਿਆ। ਹੱਸਣਾ ਖਾਣਾ ਪੀਣਾ ਸਭ ਭੁੱਲ ਗਿਆ। 7 ਦਿਨ ਲੰਘੇ ਪਰ ਮਰਿਆ ਨਹੀਂ। ਮਹਾਰਾਜ ਦੇ ਕੋਲ ਆਇਆ, ਸਤਿਗੁਰੂ ਮੈਂ ਮਰਿਆ ਨਹੀਂ। ਮਹਾਰਾਜ ਕਹਿੰਦੇ ਉਹ ਗੱਲ ਛੱਡ, ਤੂੰ ਇਹ ਦੱਸ ਵੀ ਤੂੰ ਹੱਸਿਆ ਕਿੰਨਾ ਕੁ, ਵਕਾਰ ਕਿੰਨੇ ਕੁ ਆਏ, ਛਕਿਆ ਕਿੰਨਾ ਕੁ? ਤੂੰ ਕਹਿੰਦਾ ਵੀ ਖਾਂਦਾ ਬਹੁਤਾ। ਮਹਾਰਾਜ ਜਦੋਂ ਮੌਤ ਸਿਰ ਤੇ ਦਿਸਦੀ ਪਈ ਹੋਵੇ ਖਾਧਾ ਥੋੜ੍ਹੀ ਜਾਂਦਾ, ਨਾ ਹੀ ਹੱਸਿਆ ਜਾਂਦਾ। ਮੈਨੂੰ ਤੇ ਸਭ ਕੁਝ ਭੁੱਲ ਗਿਆ। ਇੱਥੇ ਬਚਨ ਆ ਗਿਆ। ਮਾਤਾ ਪਿਤਾ ਨੇ ਆਖਿਆ ਸਾਡਾ ਪੁੱਤਰ ਖਾਂਦਾ ਪੀਂਦਾ ਵੀ ਥੋੜ੍ਹਾ ਜਿਹਾ ਹੀ ਹੈ। ਤੇ ਬੱਚੇ ਨੇ ਜਵਾਬ ਦਿੱਤਾ ਮਹਾਰਾਜ ਜਦੋਂ ਮੌਤ ਸਿਰ ਤੇ ਖਲੋਤੀ ਹੋਵੇ ਤੇ ਫਿਰ ਖਾਧਾ ਪੀਤਾ ਨਹੀਂ ਜਾਂਦਾ। ਫਿਰ ਤੇ ਫਿਕਰ ਲੱਗਾ ਰਹਿੰਦਾ ਵੀ ਨਾਮ ਜਪ ਲਵਾਂ ਜਿੰਨਾ ਜਪਿਆ ਜਾਂਦਾ ਹੈ, ਖਾਣਾ ਪੀਣਾ ਭੁੱਲ ਜਾਂਦਾ ਹੈ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨ ਆਵੈ ਯਾਦ। ਜਿੰਨਾ ਚਿਰ ਤੁਹਾਨੂੰ ਰੱਬ ਹਿਰਦੇ ਵਿੱਚ ਚੇਤੇ ਨਹੀਂ ਆਉਂਦਾ, ਖਾਣਾ ਪੀਣਾ ਸਭ ਵਿਅਰਥ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ, ਨਹੀਂ ਰਹਿਣਾ ਦੁਨੀਆ ਤੇ ਰਹਿਣਾ ਨਹੀਂ। ਇਹ ਖਾਣਾ ਪੀਣਾ ਜਿਹਨਾਂ ਲਾਲਚਾਂ ਵਿੱਚ ਲੱਗਾ ਹੋਇਆ,
ਇਹ ਸਾਰੇ ਲਾਲਚ। ਬਾਬਾ ਫਰੀਦ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਇੱਕ ਬਗਲਾ ਦਰਿਆ ਦੇ ਕਿਨਾਰੇ ਕਿਨਾਰੇ ਤੁਰਿਆ ਜਾਂਦਾ, ਡੱਡੀ ਨੂੰ ਫੜਦਾ, ਕਦੇ ਮਾਰਦਾ, ਕਦੇ ਖਾ ਲੈਂਦਾ, ਕਦੇ ਆਪਣੇ ਖੰਭ ਜਿਹੇ ਖਿਲਾਰ ਲੈਂਦਾ, ਬੜੀਆਂ ਮੌਜਾਂ ਕਰਦਾ ਪਿਆ। ਉੱਪਰਲੇ ਪਾਸੇ ਇੱਕ ਬਾਜ ਉੱਡਦਾ ਪਿਆ। ਬਾਜ ਨੇ ਝਪਟ ਮਾਰੀ, ਮੂੰਹ ਵਾਲੀ ਮੱਛੀ ਵੀ ਡਿੱਗ ਪਈ ਮੂੰਹ ਦੇ ਵਿੱਚੋਂ, ਤੇ ਉਹ ਜਿਹੜੇ ਖੰਭ ਜਿਹੇ ਖਿਲਾਰ ਕੇ ਖੁਸ਼ੀਆਂ ਮਨਾਉਂਦਾ ਨਾ, ਸਾਰੀਆਂ ਭੁੱਲ ਗਈਆਂ, ਜਾਨ ਦੇ ਲਾਲੇ ਪੈ ਗਏ, ਹਾਏ ਮਰ ਗਏ। ਬਾਜ ਨੇ ਛੱਡਿਆ ਨਹੀਂ, ਬਗਲੇ ਨੂੰ ਮਾਰ ਕੇ ਖਾ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਦਰਿਆ ਦੇ ਕਿਨਾਰੇ ਬੈਠਾ ਖੁਸ਼ੀਆਂ ਮਨਾਉਂਦਾ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਖੰਭ ਖਿਲਾਰ ਕੇ ਖੁਸ਼ੀਆਂ ਮਨਾਉਂਦਾ ਵੀ ਅੱਜ ਮੈਨੂੰ ਚੰਗੀ ਖੁਰਾਕ ਮਿਲੀ ਹੈ। ਅਚਾਨਕ ਬਾਜ ਨੇ ਆ ਕੇ ਝਪਟ ਮਾਰ ਲਈ, ਬਾਜ ਪਏ ਤੇ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਬਾਜ ਪਿਆ ਮੌਤ ਦਾ, ਸਭ ਉਹ ਖੁਸ਼ੀਆਂ ਬਾਜ ਦੀਆਂ ਜਿਹੜੀਆਂ ਪਹਿਲਾਂ ਪਾ ਰਿਹਾ ਸੀ ਭੁੱਲ ਗਈਆਂ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਰੱਬ ਉਹ ਕਰਦਾ ਜਿਹੜਾ ਚਿਤ ਚੇਤਾ ਵੀ ਨਾ ਹੋਵੇ। ਸਵੇਰੇ ਪੁੱਤਰ ਦੀ ਬਰਾਤ ਤੁਰਨ ਵਾਲੀ ਹੈ, ਰਾਤ ਨੂੰ ਬਾਪੂ ਚੜ੍ਹਾਈ ਕਰ ਜਾਂਦਾ। ਕਿੱਥੇ ਹੱਸਣਾ ਸੀ, ਰੋਣਾ ਆ ਗਿਆ। ਕੁੜੀਆਂ ਧੀਆਂ ਭੈਣਾਂ ਆਖਦੀਆਂ ਬਾਪੂ ਇੱਕ ਰਾਤ ਹੋਰ ਕੱਢ ਜਾਂਦਾ, ਵਿਆਹ ਹੀ ਵੇਖ ਜਾਂਦਾ। ਪਰ ਬਾਪੂ ਇੱਕ ਰਾਤ ਕੱਢ ਕਿਵੇਂ ਜਾਂਦਾ? ਨਹੀਂ ਕੱਢ ਸਕਦਾ ਉਹਦੇ ਹੁਕਮ ਤੋਂ ਬਿਨਾਂ। ਖੁਸ਼ੀਆਂ ਦੇ ਵਿੱਚ ਕਈ ਵਾਰੀ ਮੌਤ ਦਾ ਜਨਾਜ਼ਾ ਚੁੱਕਣਾ ਪੈਂਦਾ ਹੈ। ਮਹਾਰਾਜ ਕਹਿਣ ਲੱਗੇ, ਦਰਿਆਵੇ ਕੰਨੇ ਬਗਲਾ, ਇਹ ਸੰਸਾਰ ਵੀ ਬੰਦਿਆ ਦਰਿਆ ਹੈ, ਇਹਦੇ ਕਿਨਾਰੇ ਤੇ ਤੂੰ ਬੈਠਾ ਆ ਕੇ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਇੱਥੇ ਅਸੀਂ ਬੜੀਆਂ ਖੁਸ਼ੀਆਂ ਮਨਾਉਂਦੇ, ਬੜਾ ਨੱਚਦੇ ਹਾਂ, ਟੱਪਦੇ ਹਾਂ, ਢੋਲ ਵਜਾਉਂਦੇ ਹਾਂ, ਗਿੱਧਾ ਪਾਉਂਦੇ ਹਾਂ। ਤੇ ਪਰ ਮਹਾਰਾਜ ਕਹਿਣ ਲੱਗੇ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ। ਬੰਦਾ ਚੰਗਾ ਭਲਾ ਹੁੰਦਾ, ਹੁਣੇ ਹੀ ਪ੍ਰਸ਼ਾਦਾ ਛਕ ਕੇ ਥਾਲੀ ਉਹ ਉੱਥੇ ਰੱਖੀ ਹੈ, ਕੋਈ ਪੀੜ ਨਹੀਂ, ਕੋਈ ਗੈਸ ਨਹੀਂ, ਕੋਈ ਦਰਦ ਨਹੀਂ, ਕੱਖ ਨਹੀਂ ਹੈ। ਪਤਾ ਉਦੋਂ ਲੱਗਾ ਜਦੋਂ ਮੰਜੀ ਤੇ ਲੇਟ ਗਿਆ, ਮੁੜ ਕੇ ਉੱਠਿਆ ਹੀ ਨਹੀਂ। ਰਿਸ਼ਤੇਦਾਰ ਆਖਦੇ ਤੇ ਚੰਗਾ ਭਲਾ ਸੀ, ਪਰ ਚੰਗਾ ਭਲਾ ਉਹਦੀ ਵੈਲਿਡਿਟੀ ਖਤਮ ਹੋ ਗਈ ਹੈ, ਚੰਗੇ ਭਲੇ ਦੀਆਂ ਨਬਜ਼ਾਂ ਰੁਕ ਗਈਆਂ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਰੱਬ ਆਪਣੀ ਮਰਜ਼ੀ ਦਾ ਮਾਲਕ ਹੈ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤੇ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਮੌਤ ਦਾ ਫਰਿਸ਼ਤਾ ਸਾਹਮਣੇ ਖੜਦਾ ਨਾ, ਫਿਰ ਸਭ ਕੁਝ ਭੁੱਲ ਜਾਂਦਾ ਹੈ। ਕਿਹਦੇ ਕੋਲੋਂ ਕਿੰਨੇ ਲੈਣੇ ਨੇ, ਕਿਹਨੂੰ ਕਿੰਨੇ ਦੇਣੇ ਨੇ, ਕੀ ਮੈਂ ਬਣਾਇਆ ਹੈ, ਕੀ ਮੈਂ ਗਵਾਇਆ ਹੈ। ਫਿਰ ਤੇ ਦਿਮਾਗ ਸੁੰਨ ਹੋ ਜਾਂਦਾ, ਕੰਮ ਨਹੀਂ ਕਰਦਾ। ਪਰ ਉਦੋਂ ਫਿਰ ਸਮਾਂ ਨਹੀਂ ਰਹਿ ਜਾਂਦਾ। ਇਹ ਬਚਨ ਕਰ ਰਿਹਾ ਬੱਚਾ, ਕਹਿਣ ਲੱਗਾ, ਮਹਾਰਾਜ ਮੇਰੇ ਮਾਂ-ਬਾਪ ਕਹਿੰਦੇ ਖਾਂਦਾ ਪੀਂਦਾ ਨਹੀਂ, ਹੱਸਦਾ ਨਹੀਂ, ਇਹ ਬਹੁਤਾ ਬੋਲਦਾ ਨਹੀਂ। ਜਦੋਂ ਮਿਰਤ ਹੱਸੈ ਸਿਰ ਉੱਪਰ ਹੈ, ਜਦੋਂ ਮੌਤ ਸਿਰ ਤੇ ਹੱਸਦੀ ਹੋਵੇ ਨਾ, ਤੇ ਫਿਰ ਉਦੋਂ ਨਾ ਖੁਸ਼ ਹੋਇਆ ਜਾਂਦਾ, ਨਾ ਕਿਲਕਾਰੀਆਂ ਮਾਰੀਆਂ ਜਾਂਦੀਆਂ, ਨਾ ਕੋਈ ਬਹੁਤਾ ਖਾਧਾ ਪੀਤਾ ਜਾਂਦਾ, ਫਿਕਰ ਲੱਗਾ ਰਹਿੰਦਾ। ਮੈਂ ਉਸ ਮੌਤ ਨੂੰ ਨੇੜਿਓਂ ਵੇਖਿਆ ਹੈ, ਮੈਂ ਆਪਣੀ ਮੌਤ ਨੂੰ ਸਦਾ ਯਾਦ ਰੱਖਦਾ ਹਾਂ। ਗੁਰਮੁਖੋ ਮਾਂ-ਬਾਪ ਕਹਿ ਰਹੇ ਨੇ ਸਾਡਾ ਬੱਚਾ ਕਮਲਾ ਹੋ ਗਿਆ ਹੈ, ਇਹ ਤੇ ਝੱਲਾ ਮਸਤਾਨਾ ਦੀਵਾਨਾ ਹੋ ਗਿਆ। ਬੱਚਾ ਇਹੋ ਜਿਹੀਆਂ ਗੱਲਾਂ ਕਰਦਾ ਪਿਆ, ਸਾਰੀ ਸੰਗਤ ਸੁਣ ਕੇ ਹੈਰਾਨ ਹੁੰਦੀ ਪਈ ਵੀ ਇੰਨਾ ਗਿਆਨ, ਇੰਨਾ ਬੈਰਾਗ। ਹੁਣ ਬਾਣੀ ਦੀ ਪੰਕਤੀ ਤੇ ਆਪਾਂ ਇਹ ਆਨੰਦ ਸਾਹਿਬ ਦੀ ਕਈ ਵਾਰਾਂ ਪੜ੍ਹੀ ਐ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਮ। ਪੜ੍ਹਦੇ ਤੇ ਆਪਾਂ ਵੀ ਰੋਜ਼ ਹਾਂ, ਪਰ ਸਾਨੂੰ ਨਹੀਂ ਨਾ ਸਮਝ ਆਈ ਰੋਜ਼ ਪੜ੍ਹ ਕੇ। ਉਹਨੇ ਇੱਕ ਦਿਨ ਹੀ ਪੜ੍ਹਿਆ, ਉਹਨੂੰ ਐਸੀ ਲਾਗ ਲੱਗੀ, ਉਹਨੇ ਸਭ ਕੁਝ ਹੀ ਛੱਡ ਦਿੱਤਾ। ਜੋ ਗੁਰੂ ਨੇ ਆਖਿਆ ਉਹ ਸੱਚ ਹੈ। ਇਹ ਬੱਚਾ ਅੱਗੇ ਗਿਆਨ ਦੀਆਂ ਕਿਹੜੀਆਂ ਕਿਹੜੀਆਂ ਹੋਰ ਗੱਲਾਂ ਸਾਡੀ ਸਮਝ ਵਿੱਚ, ਸਾਡੀ ਝੋਲੀ ਵਿੱਚ ਪਾਵੇਗਾ, ਔਰ ਗੁਰੂ ਪਾਤਸ਼ਾਹ ਫਿਰ ਅੱਗੇ ਕੀ ਹੋਰ ਬਖਸ਼ਿਸ਼ ਕਰਨਗੇ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੋਈ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੁਟੀਐ। ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।